am very excited to share this great news that Premier Ford and our government has announced the second hospital in the city of Brampton. Doug Ford just released his 2021 budget, and I am completely shocked by this budget. There is no mention of a hospital for Brampton in this budget. He doesn't care about Brampton. ਜੇ ਲਿਖਿਆ ਹੀ ਨਹੀਂ ਹੈ, ਬਜਟ 'ਚ ਹੀ ਨਹੀਂ ਲਿਖਿਆ ਗਿਆ, ਤਾਂ ਫਿਰ ਅਜੇ 2-3 ਦਿਨ ਹਫ਼ਤਾ ਵੇਟ ਕਰਕੇ ਆਪਾਂ ਕੀ ਕਰਾਂਗੇ? ਆਪਾਂ ਤਾਂ ਕਹਿ ਰਹੇ ਕਿ ਥੋੜੇ ਦਿਨ ਵੇਟ ਕਰੋ, ਤੁਹਾਨੂੰ ਡੀਟੇਲਸ ਆ ਜਾਣਗੀਆਂ। ਜੇ ਤਾਂ ਕਹੀਏ ਕਿ ਹਾਂਜੀ ਨੈਕਸਟ ਇਲੈਕਸ਼ਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਡੀਟੇਲਸ, ਦੈਨ ਇਟ ਮੇਕ ਸੈਂਸ ਕਿ ਤੁਹਾਨੂੰ ਕੁਐਸਚਨ ਕਰ ਸਕਦੇ ਆ। So when you look at the track record of Doug Ford in Brampton, ਉਹ ਹਮੇਸ਼ਾ Brampton ਨੂੰ ਪਿੱਛੇ ਰੱਖਦੇ ਆ। ਜਦੋਂ ਮੈਂ ਪ੍ਰੀਮੀਅਰ ਸਾਹਿਬ ਦਾ ਟਰੈਕ ਰਿਕਾਰਡ ਦੇਖਦਾ, ਜਦੋਂ ਯੂਨੀਵਰਸਿਟੀ ਕੈਂਸਲ ਕੀਤਾ, I am not satisfied. ਜੀ ਦੋਸਤੋ, ਇਸ ਵੇਲੇ ਸਮਾਂ ਹੋ ਗਿਆ ਜੀ 3:17। ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਹਾਜ਼ਰ ਹੁੰਦੇ ਹਾਂ 2 ਵਜੇ ਤੋਂ ਲੈ ਕੇ 5 ਵਜੇ ਤੱਕ। ਤੇ ਜਿਵੇਂ ਥੋੜੀ ਦੇਰ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਬਰੈਂਪਟਨ ਆਪਣੇ ਓਨਟੇਰੀਓ ਦੇ ਬਜਟ ਦੇ ਨਾਲ ਸੰਬੰਧਿਤ, ਜਿੱਥੇ ਬੀਤੇ ਕੱਲ੍ਹ ਓਨਟੇਰੀਓ ਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ PC ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ, ਤੇ ਉਸ ਤੋਂ ਬਾਅਦ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਹਸਪੀਟਲ ਨਾਲ ਜਾਂ ਯੂਨੀਵਰਸਿਟੀ ਨਾਲ ਲੈ ਕੇ ਸੰਬੰਧਿਤ ਜਦੋਂ ਅਸੀਂ ਗੱਲ ਕਰੀਏ ਤਾਂ ਕਾਫੀ ਸਾਰੇ ਅਪਡੇਟਸ ਸਾਨੂੰ ਸੋਸ਼ਲ ਮੀਡੀਆ 'ਤੇ ਵੀ ਜਾਂ ਹੋਰ ਅਲੱਗ-ਅਲੱਗ ਸੋਰਸਿਸ ਤੋਂ ਦੇਖਣ ਨੂੰ ਮਿਲੇ, ਜਿਹਦੇ ਵਿੱਚ ਸਾਡੀਆਂ ਮਿਊਨਸੀਪਲ ਲੈਵਲ ਦੇ ਉੱਪਰ ਵੀ ਜਿਹੜੇ ਨੁਮਾਇੰਦਿਆਂ ਦੇ ਵੱਲੋਂ ਕਾਫੀ ਸਾਰੀਆਂ ਅਪਡੇਟਸ ਪਹੁੰਚਦੀਆਂ ਕੀਤੀਆਂ ਗਈਆਂ। ਉਹਨਾਂ ਦੇ ਬਾਰੇ 'ਚ ਕੁਛ ਗੱਲ ਕਰਨ ਦੇ ਲਈ ਇਸ ਵੇਲੇ ਮੇਰੇ ਨਾਲ ਗੁਰਰਤਨ ਸਿੰਘ ਹੁਰੀ, NDP ਪਾਰਟੀ ਤੋਂ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਬਰੈਂਪਟਨ ਈਸਟ ਤੋਂ, ਉਹ ਜੁੜੇ ਨੇ। ਅਤੇ ਇਹਨਾਂ ਦੇ ਵਿਚਾਰ ਕੁਛ ਡਿਫਰੈਂਟ ਨੇ। ਜਿੱਥੇ ਸਿਟੀ ਦੇ ਨੁਮਾਇੰਦੇ, ਚਾਹੇ ਉਹ ਗੁਰਪ੍ਰੀਤ ਢਿੱਲੋਂ ਹੋਰਾਂ ਦੀ ਗੱਲ ਕਰੀਏ ਜਾਂ ਪੈਟਰਿਕ ਬਰਾਊਨ ਹੋਰਾਂ ਦੀ ਗੱਲ ਕਰੀਏ ਜਾਂ ਅਮਰਜੋਤ ਸੰਧੂ ਹੋਰਾਂ ਦੇ ਨਾਲ ਕੱਲ੍ਹ ਦੀ ਪਰਸੋਂ ਦੀ ਜਦੋਂ ਦੀ ਗੱਲਬਾਤ ਚੱਲ ਰਹੀ ਹੈ, ਪ੍ਰਮੀਤ ਸਰਕਾਰੀਆ ਹੋਰਾਂ ਵੱਲੋਂ ਜਾਂ ਡਗ ਫੋਰਡ ਸਰਕਾਰ ਵੱਲੋਂ ਜੋ ਉਪਰਾਲੇ ਕਰਕੇ ਅਤੇ ਜਿਸ ਤਰ੍ਹਾਂ ਦੀ ਅਨਾਊਂਸਮੈਂਟਸ ਦੀ ਝੜੀ ਲਗਾਈ ਗਈ ਹੈ, ਉਹਦੇ ਉੱਪਰ ਗੁਰਰਤਨ ਹੋਰੀ ਕੁਛ ਡਿਫਰੈਂਟ ਵਿਚਾਰ ਰੱਖ ਰਹੇ ਨੇ। ਗੁਰਰਤਨ ਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਰਜਿੰਦਰ ਗਿੱਲ ਸ਼ੋਅ 'ਚ। ਵੈਲਕਮ। ਹਾਂਜੀ ਹਰਜਿੰਦਰ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਗੁਰਰਤਨ ਜੀ, ਪਹਿਲਾਂ ਤਾਂ ਤੁਹਾਡੇ ਕੋਲੋਂ ਹੀ ਪੁੱਛਣਾ ਚਾਹਾਂਗੇ, ਤੁਹਾਡੇ ਵਿਚਾਰ ਡਿਫਰੈਂਟ ਕਿਉਂ ਨੇ ਜਦਕਿ ਬਾਕੀ ਤਾਂ ਸਾਰੇ ਕੁਛ ਹੋਰ ਕਹਿ ਰਹੇ ਨੇ? ਹਾਂਜੀ ਬਿਲਕੁਲ ਜੀ। ਸੋ ਕੱਲ ਕੰਸਰਵੇਟਿਵ ਸਰਕਾਰ ਨੇ ਉਹਨਾਂ ਦੇ ਬਜਟ ਪੇਸ਼ ਕੀਤਾ ਸੀਗਾ, ਤੇ ਮੈਂ ਆਪ ਖੁਦ ਇਸ ਬਜਟ ਪੜ੍ਹਿਆ ਸੀ, ਤੇ ਸਾਨੂੰ ਪਤਾ ਕਿ ਬਰੈਂਪਟਨ ਦੇ ਵਿੱਚ ਸਾਡੇ ਕੋਲ ਇੱਕ ਹੈਲਥ ਕੇਅਰ ਕ੍ਰਾਈਸਿਸ, ਤੇ ਸਾਡਾ ਹੈਲਥ ਕੇਅਰ ਕ੍ਰਾਈਸਿਸ ਦਾ ਹੱਲ ਇਹੀ ਹੈ। ਸਾਡੇ ਕੋਲ 3 ਮੇਨ ਮੰਗ। ਇੱਕ ਤਾਂ ਬਰੈਂਪਟਨ ਦੇ ਵਿੱਚ ਇੱਕ ਨਵਾਂ ਹਸਪਤਾਲ ਦੀ ਲੋੜ ਹੈ। ਦੂਜਾ, ਅਸੀਂ ਬਰੈਂਪਟਨ ਸਿਵਿਕ ਨੂੰ ਵਧੀਆ ਫੰਡਿੰਗ ਦੇਣਾ ਕਿਉਂਕਿ ਉਹ ਬਹੁਤ ਅੰਡਰ ਫੰਡਡ ਹੈ। ਤੇ ਤੀਜਾ, ਅਸੀਂ ਫਿਊਲ ਮੈਮੋਰੀਅਲ ਨੂੰ ਫੰਡਿੰਗ ਦੇ ਕੇ ਉਹਨੂੰ ਹਸਪਤਾਲ ਬਣਾਉਣਾ। ਪਰ ਇਸ ਬਜਟ ਦੇ ਵਿੱਚ ਇਹਦੇ ਬਾਰੇ ਕੁਛ ਨਹੀਂ ਲਿਖਿਆ, ਕੋਈ ਕਮਿਟਮੈਂਟ ਨਹੀਂ ਹੈਗਾ ਬਰੈਂਪਟਨ ਦੇ ਹੈਲਥ ਕੇਅਰ ਵਾਸਤੇ। ਓਕੇ, ਅੱਛਾ, ਜਿਹੜਾ ਫਿਰ ਹਸਪੀਟਲ ਦੇ ਬਾਰੇ 'ਚ ਜਾਂ ਯੂਨੀਵਰਸਿਟੀ ਬਾਰੇ ਕਿਹਾ ਜਾ ਰਿਹਾ, ਉਹਨੂੰ ਥੋੜ੍ਹਾ ਜਿਹਾ ਖੰਗਾਲਣਾ ਚਾਹੋ, ਤੁਸੀਂ ਦੱਸੋ ਵੀ ਉਹ ਕਿਸ ਬੇਸਿਸ 'ਤੇ ਅਨਾਊਂਸਮੈਂਟਸ ਹੋ ਰਹੀਆਂ ਨੇ ਇੰਨੀਆਂ? ਬਿਲਕੁਲ ਜੀ। ਸੋ ਬਜਟ ਪਹਿਲਾਂ ਮੈਂ ਸਾਰੇ ਜਿਹੜੇ ਲਿਸਟਰਸ ਨਾਲ ਮੈਂ ਇਹ ਗੱਲ ਵੀ ਥੋੜ੍ਹਾ ਜਿਹਾ ਸ਼ੇਅਰ ਕਰਨਾ ਚਾਹੁੰਦਾ ਕਿ ਬਜਟ ਬਹੁਤ ਜ਼ਰੂਰੀ ਚੀਜ਼ ਹੈ। ਜਿਹੜਾ ਸਰਕਾਰ ਹੈ ਬਜਟ ਦੇ ਵਿੱਚ ਉਹ ਦਿਖਾਉਂਦੇ ਨੇ ਕਿ ਉਹ ਕਿੱਥੇ ਪੈਸੇ ਸਪੈਂਡ ਕਰਨੇ ਆ ਇਸ ਸਾਲ ਦੇ ਵਿੱਚ। ਸੋ ਇਹ ਐਕਚੁਅਲ ਸਬੂਤ ਹੈ, ਅਸੀਂ ਕਹਿ ਸਕਦੇ ਕਿ ਇਹ ਜਿਹੜਾ ਅਸਲੀ ਸਰਕਾਰ ਦੀ ਇੰਟੈਂਸ਼ਨ ਹੈ ਇਹ ਬਜਟ ਦੇ ਵਿੱਚ ਲਿਖਿਆ ਹੋਇਆ। ਤੇ ਜਦੋਂ ਉਹ ਫਿਊਲ ਮੈਮੋਰੀਅਲ ਬਾਰੇ ਲਿਖਿਆ ਹੋਇਆ ਇਸ ਬਜਟ ਦੇ ਵਿੱਚ, ਦੇ ਓਨਲੀ ਸੇ ਵਨ ਥਿੰਗ ਕਿ ਉਹ ਇੱਕ ਇਨਪੇਸ਼ੈਂਟ ਵਿੰਗ ਲੈ ਕੇ ਆਉਣਾ ਫਿਊਲ ਮੈਮੋਰੀਅਲ ਦੇ ਵਿੱਚ, ਪਰ ਉਹਦੇ ਨਾਲ $1 ਵੀ ਨਹੀਂ ਲਿਖਿਆ ਹੋਇਆ ਕਿ ਉਹ ਫਿਊਲ ਮੈਮੋਰੀਅਲ ਨੂੰ ਦੇਣਾ। And they also say there also has no timeline. So they're bringing in this mention of an inpatient wing with no money attached and no timeline. So ਸਾਡੇ position ਇਹੀ ਹੈ, ਅਸੀਂ ਇਸ ਚੀਜ਼ ਨੂੰ ਕਿੱਦਾਂ ਕਹਿ ਸਕਦੇ ਇਹ ਹਸਪੀਟਲ ਹੈ ਜੇ ਇਹਦੇ ਵਿੱਚ ਬਜਟ ਦੇ ਵਿੱਚ ਕੋਈ ਡਾਲਰ ਕੋਈ ਪੈਸੇ ਨਹੀਂ ਦਿੱਤੇ ਹੋਇਆ ਇਸ ਫਿਊਲ ਮੈਮੋਰੀਅਲ ਵਾਸਤੇ, ਇਸ ਐਕਸਟੈਂਸ਼ਨ ਵਾਸਤੇ ਕੋਈ ਟਾਈਮਲਾਈਨ ਨਹੀਂ ਹੈਗਾ, ਤੇ ਨਾਲ ਦੇ ਨਾਲ ਕੋਈ ਮੈਂਸ਼ਨ ਨਹੀਂ ਹੈਗਾ ਐਮਰਜੈਂਸੀ ਰੂਮ ਦੇ ਬਾਰੇ। ਤੇ ਸਾਨੂੰ ਪਤਾ ਕਿ ਬਰੈਂਪਟਨ ਦੇ ਵਿੱਚ ਐਮਰਜੈਂਸੀ ਰੂਮ ਬਹੁਤ ਜ਼ਰੂਰੀ ਚੀਜ਼ ਹੈ ਫਿਊਲ ਮੈਮੋਰੀਅਲ ਵਿੱਚ, ਪਰ ਇਸ ਬਜਟ ਦੇ ਵਿੱਚ ਕੋਈ ਮੈਂਸ਼ਨ ਨਹੀਂ ਹੈਗਾ ਇਸ 3 ਚੀਜ਼ਾਂ ਦੇ ਬਾਰੇ। ਅੱਛਾ, ਕਿਹੜੀਆਂ ਚੀਜ਼ਾਂ ਤੁਹਾਡੇ ਹਿਸਾਬ ਦੇ ਨਾਲ ਜਿਹੜੀਆਂ NDP ਪਾਰਟੀ ਡਿਮਾਂਡ ਕਰ ਰਹੀ ਸੀ ਜਾਂ ਤੁਸੀਂ ਡਿਮਾਂਡ ਕਰ ਰਹੇ ਸੀ ਤਾਂ ਉਹ ਫੁੱਲਫਿਲ ਕੀਤੀਆਂ ਗਈਆਂ ਹੁਣ ਇਸ ਬਜਟ ਦੇ ਵਿੱਚ? ਕੁਛ ਨਹੀਂ। ਇਹ ਸਾਡੇ ਹੈਲਥ ਕੇਅਰ ਦੇ ਬਾਰੇ ਸਾਨੂੰ ਪਤਾ ਕਿ ਸਾਡੇ ਜਿਹੜੇ ਮੇਨ ਮਸਲੇ ਇਹ ਜਿਹੜਾ ਲੋਕਾਂ ਬਰੈਂਪਟੋਨੀਅਨ ਸਾਨੂੰ ਦੱਸਦੇ ਨੇ ਉਹਨਾਂ ਮੰਗ ਕੀ ਹੈ, ਤੇ ਸਾਰੇ ਬਰੈਂਪਟੋਨੀਅਨਸ ਕਹਿੰਦੇ ਆ ਕਿ ਸਾਡੇ ਕੋਲ 3 ਹਸਪੀਟਲ ਹੋਣੇ ਚਾਹੀਦੇ ਨੇ, 3 ਐਮਰਜੈਂਸੀ ਰੂਮ ਹੋਣੇ ਚਾਹੀਦੇ ਨੇ, ਤੇ ਵਧੀਆ ਫੰਡਿੰਗ ਵੀ ਹੋਣਾ ਚਾਹੀਦਾ ਸਾਡੇ ਹੈਲਥ ਕੇਅਰ ਦੇ ਵਿੱਚ। ਕਿਉਂਕਿ ਦੇਖ ਲਓ ਬਰੈਂਪਟਨ ਦੇ ਵਿੱਚ COVID-19 ਤੋਂ ਪਹਿਲਾਂ ਸਾਡੇ ਸਿਟੀ ਕਾਉਂਸਲ ਇੱਕ ਹੈਲਥ ਕੇਅਰ ਐਮਰਜੈਂਸੀ
ਅਸੀਂ ਡਿਕਲੇਅਰ ਕੀਤਾ ਸੀਗਾ, ਕਿਉਂਕਿ ਸਾਨੂੰ ਪਤਾ ਬਰੈਂਪਟਨ ਦੇ ਵਿੱਚ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਬਹੁਤ ਕਮਜ਼ੋਰ ਹੈ ਤੇ ਤਾਂ ਹੀ ਸਾਨੂੰ ਹੈਲਥ ਕੇਅਰ ਇਨਵੈਸਟਮੈਂਟ ਦੀ ਲੋੜ ਹੈ ਇਸ ਚੀਜ਼ ਨੂੰ ਠੀਕ ਕਰਾਉਣ ਲਈ। ਪਰ ਇਸ ਬਜਟ ਦੇ ਵਿੱਚ $1 ਵੀ ਨਹੀਂ ਲਿਖਿਆ ਹੋਇਆ ਜਾਂ ਦਿੱਤਾ ਹੋਇਆ ਬਰੈਂਪਟਨ ਦੇ ਹੈਲਥ ਕੇਅਰ ਸਿਸਟਮ ਵਾਸਤੇ, ਸਾਡੇ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ। ਪਰ ਗੁਰਰਤਨ ਜੀ, ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਅਸੀਂ ਹੁਣ ਕੱਲ ਤੋਂ ਬਜਟ ਪੇਸ਼ ਹੋਣ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਪੀਸੀ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਨੇ ਉਹ ਆਪਣੇ ਸੋਸ਼ਲ ਮੀਡੀਆ 'ਤੇ ਕਹਿ ਲਈਏ ਜਾਂ ਹੋਰ ਅਲੱਗ-ਅਲੱਗ ਸੋਰਸਿਸ 'ਤੇ ਗੱਲ ਕਰ ਲਈਏ, ਨਿਊਜ਼ਪੇਪਰਸ ਲਈ, TV ਦੇ ਉੱਪਰ, ਰੇਡੀਓਜ਼ ਦੇ ਉੱਪਰ ਆ ਕੇ ਉਹ ਤਾਂ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਅਸੀਂ ਹਸਪੀਟਲ ਲੈ ਕੇ ਆ ਰਹੇ ਹਾਂ, ਅਸੀਂ ਯੂਨੀਵਰਸਿਟੀ ਲੈ ਕੇ ਆ ਰਹੇ ਹਾਂ, ਤੇ ਫਿਰ ਉਹ ਤੁਸੀਂ ਤਾਂ ਬਿਲਕੁਲ ਕਹਿ ਰਹੇ ਹੋ ਕਿ ਇਹ ਸਾਰਾ ਕੁਝ ਗਲਤ ਹੈ। ਬਿਲਕੁਲ ਜੀ, ਮੈਂ ਇਹ ਕਹਿ ਰਿਹਾ। ਤੇ ਜੇ ਤੁਸੀਂ ਐਕਚੁਅਲੀ ਮੇਨ ਸਟ੍ਰੀਮ ਨਿਊਜ਼ ਆਰਟੀਕਲਸ ਨਹੀਂ ਪੜ੍ਹਦੇ ਹੋ, ਗਲੋਬਲ ਨਿਊਜ਼ ਉਹ ਵੀ ਲਿਖਿਆ ਹੋਇਆ ਕਿ ਇਹਦੇ ਵਿੱਚ ਸਿਰਫ ਇੱਕ ਇਨਪੇਸ਼ੈਂਟ ਵਿੰਗ ਲੈ ਕੇ ਆਉਣਾ, ਪਰ ਉਹਦੇ ਵਿੱਚ ਕੋਈ ਫੰਡਿੰਗ ਕਮਿਟਮੈਂਟ ਨਹੀਂ ਹੈ। ਸਿਟੀ TV, CTV ਬਹੁਤ ਜ਼ਿਆਦਾ ਮੇਨ ਸਟ੍ਰੀਮ ਨਿਊਜ਼ ਸਟੇਸ਼ਨ ਉਹ ਵੀ ਕਰ ਰਹੇ ਨੇ। ਤੇ ਮੈਂ ਇਹ ਵੀ ਸਾਰੇ ਲਿਸਟਰਸ ਨੂੰ ਮੈਂ ਬੇਨਤੀ ਕਰਦਾ ਹਾਂ, ਮੈਂ ਤੁਹਾਨੂੰ ਵੀ ਗਿੱਲ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਹਾਂ, ਤੁਸੀਂ ਆਪ ਬਜਟ ਪੜ੍ਹੋ ਤੇ ਉਹਦੇ ਵਿੱਚ ਤੁਸੀਂ ਬੜਾ ਸਾਫ਼ ਤਰੀਕੇ ਨਾਲ ਲਿਖਿਆ ਕੋਈ ਪੈਸੇ ਨਹੀਂ ਅਟੈਚਡ ਹੈ ਬਰੈਂਪਟਨ ਵਾਸਤੇ, ਕੋਈ ਪੈਸੇ ਨਹੀਂ ਐਲੋਕੇਟ ਕੀਤਾ ਹੋਇਆ ਬਰੈਂਪਟਨ ਵਾਸਤੇ। ਮੈਂ ਇਕੱਲੇ ਨਹੀਂ ਕਹਿੰਦਾ, ਬਾਕੀ ਹੋਰ ਨਿਊਜ਼ ਸਟੇਸ਼ਨ ਵੀ ਕਹਿ ਰਹੇ ਨੇ, ਕਿਉਂਕਿ ਉਹ ਆਪ ਵੀ ਬਜਟ ਪੜ੍ਹ ਕੇ ਬੜਾ ਸਾਫ਼ ਲਿਖਿਆ ਕਿ ਬਰੈਂਪਟਨ ਵਾਸਤੇ ਕੋਈ ਪੈਸੇ ਨਹੀਂ ਐਲੋਕੇਟ ਕੀਤਾ ਹੋਇਆ। ਅੱਛਾ, ਆਪਾਂ ਕੋਸ਼ਿਸ਼ ਕਰਦੇ ਹਾਂ ਥੋੜ੍ਹੀ ਦੇਰ ਤੱਕ ਅਮਰਜੋਤ ਸੰਧੂ ਹੋਰਾਂ ਨੂੰ ਵੀ ਮੈਂ ਇਨਵਾਈਟ ਕੀਤਾ ਹੋਇਆ ਸੀ ਤੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਕੋਲੋਂ ਵੀ ਪੁੱਛਾਂਗੇ ਕਿ ਜਿਹੜੀ ਗੱਲ ਜਿਸ ਵੱਡੇ ਪੱਧਰ ਦੇ ਉੱਪਰ ਪ੍ਰਚਾਰੀ ਜਾ ਰਹੀ ਹੈ, ਐਡਵਰਟਾਈਜ਼ ਤੁਸੀਂ ਉਹਨੂੰ ਵੀ ਇੱਦਾਂ ਵੀ ਪੁੱਛੋ ਕਿਹੜੇ ਪੇਜ ਤੇ ਲਿਖਿਆ ਹੋਇਆ, ਕਿਉਂਕਿ ਮੇਰਾ ਹੱਥ ਵਿੱਚ ਬਜਟ ਹੈ ਤੇ ਉਹਨੂੰ ਪੁੱਛੋ ਕਿ ਕਿਹੜੇ ਪੇਜ ਲਿਖਿਆ ਹੋਇਆ, ਕਿਉਂਕਿ ਜਦੋਂ ਅਸੀਂ ਪੂਰਾ ਬਜਟ ਪੜ੍ਹਿਆ ਇਹਦੇ ਵਿੱਚ ਇੱਕ ਅੱਖਰ ਵੀ ਨਹੀਂ ਲਿਖਿਆ ਹੋਇਆ ਕਿ ਉਹ ਪੈਸੇ ਦੇਣਾ ਬਰੈਂਪਟਨ ਦੇ ਹੈਲਥ ਕੇਅਰ ਵਾਸਤੇ। ਠੀਕ ਹੈ, ਤੁਸੀਂ ਥੋੜ੍ਹੀ ਦੇਰ ਹੋਲਡ ਰੱਖੋ, ਆਪਾਂ ਕੋਸ਼ਿਸ਼ ਕਰਦੇ ਹਾਂ ਸ਼ਾਇਦ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ, ਸਿਰਫ 2 ਸੰਦੇਸ਼ ਲੈ ਕੇ ਤਾਂ ਆਪਾਂ ਕੋਸ਼ਿਸ਼ ਕਰਦਾ ਮੈਂ ਅਮਰਜੋਤ ਹੋਰਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ 3:24 ਹੋਏ ਨੇ ਦੋਸਤੋ, ਤੇ ਆਪਾਂ ਅਮਰਜੋਤ ਸੰਧੂ ਹੋਰਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਿਰਫ 2 ਸੰਦੇਸ਼ਾਂ ਤੋਂ ਬਾਅਦ। You are listening to the Harjinder Gill Show, Rams Punjabi, only on 1350 AM. इश्तिहार है तो व्यापार है, अपना बिजनेस प्रमोट करने लिए संपर्क करो 647 400 68 647 400 6862 G Media Group। ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। You then call your friends, then they call their friends and they call you back saying ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, then suddenly ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ। This is Harjinder Gill from Remax Gold Realty. You got it right. Just call him and you are sorted. Location, property, budget, market search, everything Harjinder Gill ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। Harjinder Gill 647 400 6862 or visit teamharjindergill.com, helping you to fulfill your real estate plans. ਜੀ ਦੋਸਤੋ, ਇਸ ਵੇਲੇ 3:25 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੇ ਸਾਡੇ ਨਾਲ ਗੁਰਰਤਨ ਸਿੰਘ ਹੋਰੀ NDP ਪਾਰਟੀ ਤੋਂ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਬਰੈਂਪਟਨ ਈਸਟ ਤੋਂ, ਤੇ ਨਾਲ ਹੀ ਹੁਣ ਸਾਡੀ ਲਾਈਨ ਇਸ ਵੇਲੇ ਮਿਲ ਚੁੱਕੀ ਹੈ ਅਮਰਜੋਤ ਸੰਧੂ ਹੋਰਾਂ ਦੇ ਨਾਲ, ਜਿਹੜੇ ਕਿ ਬਰੈਂਪਟਨ ਵੈਸਟ ਤੋਂ PC ਪਾਰਟੀ ਤੋਂ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ। ਤੇ ਬਜਟ ਦੇ ਨਾਲ ਰਿਲੇਟਡ ਜਾਂ ਹਸਪੀਟਲ ਦੇ ਨਾਲ ਰਿਲੇਟਡ ਅਨਾਊਂਸਮੈਂਟ ਦੀ ਗੱਲ ਕਰੀਏ ਜਾਂ ਫੰਡਿੰਗ ਦੀ ਗੱਲ ਕਰੀਏ, ਜਿੱਥੇ ਗੁਰਰਤਨ ਹੋਰਾਂ ਨੇ ਕਿਹਾ ਕਿ ਬਿਲਕੁਲ ਵੀ ਉਹਨਾਂ ਨੂੰ ਕਿਤੇ ਨਹੀਂ ਲੱਭਿਆ ਕਿਸੇ ਵੀ ਪੇਜ ਦੇ ਉੱਪਰ ਕਿ ਫੰਡਿੰਗ ਕਿੱਥੇ ਹੈ ਹਸਪੀਟਲ ਦਾ ਜੋ ਜ਼ਿਕਰ ਕੀਤਾ ਜਾ ਰਿਹਾ। ਤੇ ਆਪਾਂ ਅਮਰਜੋਤ ਹੋਰਾਂ ਦੇ ਕੋਲੋਂ ਹੁਣ ਪੁੱਛਦੇ ਹਾਂ। ਅਮਰਜੋਤ ਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਹਰਜਿੰਦਰ ਭਾਜੀ, ਤੁਹਾਨੂੰ ਤੇ ਹਰਜਿੰਦਰ ਗਿੱਲ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰਜੋਤ ਜੀ, ਆਪਣੇ ਨਾਲ ਗੁਰਰਤਨ ਜੀ ਵੀ ਨੇ ਤੇ ਉਹਨਾਂ ਨੇ ਕਾਫੀ ਲੰਬੀ ਚੌੜੀ ਗੱਲਬਾਤ ਸਾਡੇ ਨਾਲ ਹੁਣ ਤੱਕ 5-7 ਮਿੰਟ ਗੱਲ ਕੀਤੀ ਤੇ ਉਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਬੀਤੇ ਕੱਲ੍ਹ ਤੋਂ ਆਪਾਂ ਦੇਖੀਏ, ਈਵਨ ਮੈਂ ਤਾਂ ਕਹਿ ਰਿਹਾ ਸੀ ਕਿ ਬਜਟ ਆਉਣ ਤੋਂ ਪਹਿਲਾਂ ਤੋਂ ਹੀ ਤੁਸੀਂ ਤਾਂ ਪੋਸਟ ਪਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਸੀ, ਮੈਸੇਜਸ ਆ ਰਹੇ ਸੀ ਔਰ ਆਪਣੇ ਸਿਟੀ ਦੇ ਨੁਮਾਇੰਦੇ, ਚਾਹੇ ਗੁਰਪ੍ਰੀਤ ਢਿੱਲੋਂ ਹੋਰਾਂ ਦੀ ਗੱਲ ਕਰੀਏ, ਪੈਟਰਿਕ ਬਰਾਊਨ ਹੋਰਾਂ ਦੀ ਗੱਲ ਕਰੀਏ ਜਾਂ ਹੋਰ ਬਾਕੀ ਨੁਮਾਇੰਦਿਆਂ ਦੀ, ਉਹ ਸਾਰੇ ਬੜੇ ਖੁਸ਼ੀ ਮਨਾ ਰਹੇ ਨੇ ਕਿ ਬਰੈਂਪਟਨ ਨੂੰ ਹਸਪੀਟਲ ਮਿਲ ਰਿਹਾ। ਪਰ ਗੁਰਰਤਨ ਜੀ ਹੋਰਾਂ ਨੂੰ ਡਾਊਟ ਹੈ, ਉਹ ਕਹਿੰਦੇ ਜੀ ਵੀ ਸਾਨੂੰ ਕਿਤੇ ਦਿਖ ਨਹੀਂ ਰਿਹਾ ਬਜਟ ਦੇ ਵਿੱਚ ਇਸ ਤਰ੍ਹਾਂ। ਬਿਲਕੁਲ ਭਾਜੀ, ਦੇਖੋ ਜੀ, ਪਹਿਲਾਂ ਤਾਂ ਮੈਂ ਸਾਰੇ ਬਰੈਂਪਟਨ ਨੂੰ ਵਧਾਈ ਦਿੰਦਾ ਕਿ ਜਿਹੜਾ ਬਹੁਤ ਪੁਰਾਣੀ ਲੰਮੇ ਸਮੇਂ ਦੀ ਡਿਮਾਂਡ ਸੀ, ਪਿਛਲੇ 15 ਸਾਲ ਲਿਬਰਲ ਗਵਰਨਮੈਂਟ ਰਹੀ ਆ, ਹਮੇਸ਼ਾ ਹੀ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹਮੇਸ਼ਾ ਆਸ ਹੁੰਦੀ ਹੈ ਲੋਕਾਂ ਦੀ ਕਿ ਬਰੈਂਪਟਨ ਦੀ ਜਿਹੜੀ ਪਾਪੂਲੇਸ਼ਨ ਆ
ਕਾਫੀ ਗਰੋ ਕਰ ਰਹੀ ਹੈ, ਵਨ ਆਫ ਦ ਲਾਰਜੈਸਟ ਸਿਟੀਜ਼ ਇਨ ਅੰਟਾਰੀਓ ਦੇ ਵਿੱਚ। ਸੋ ਸਾਡੀ ਡਿਮਾਂਡ ਸੀ ਜਦੋਂ ਅਸੀਂ ਇਲੈਕਟ ਹੋਏ ਹਾਂ, ਮੇਰੀ ਤੇ ਪ੍ਰਾਮਿਸ ਸਰਕਾਰੀਆ ਦੀ ਇਕੱਠੇ ਅਸੀਂ ਹਮੇਸ਼ਾ ਹੀ ਡਿਮਾਂਡ ਕਰਦੇ ਰਹੇ ਪ੍ਰੀਮੀਅਰ ਕੋਲ ਕਿ ਸਾਨੂੰ ਬਰੈਂਪਟਨ ਨੂੰ ਸੈਕਿੰਡ ਜਿਹੜਾ ਹਸਪੀਟਲ ਚਾਹੀਦਾ, ਫੁੱਲ ਫਲੈਜਡ ਹਸਪੀਟਲ ਜਿਹੜਾ। ਤੇ ਨਾਲ ਦੀ ਨਾਲ ਉਹ ਜਿਹੜਾ ਦੇਖੋ ਜੀ ਪ੍ਰੀਮੀਅਰ ਸਾਡੇ ਨਾਲ ਹਮੇਸ਼ਾ ਗੱਲਬਾਤ ਹੁੰਦੀ ਸੀ, ਸੁਣਦੇ ਸੀ, ਨਾਲ ਮਿਨਿਸਟਰ ਆਫ ਹੈਲਥ ਦੇ ਵੀ। ਸੋ ਮੈਨੂੰ ਲੱਗਦਾ ਕਿ ਕੱਲ ਦਾ ਦਿਨ ਜਿਹੜਾ ਬਰੈਂਪਟਨ ਦੀ ਇੱਕ ਹਿਸਟੋਰੀਕਲ ਡੇ ਹੈ ਜੀ, ਜਿਹੜੀ ਬਰੈਂਪਟਨ ਦੇ ਵਿੱਚ ਕੱਲ ਅਨਾਊਂਸਮੈਂਟ ਹੋਈ ਆ ਕਿ ਪੀਲ ਮੈਮੋਰੀਅਲ ਹਸਪੀਟਲ ਜਿਹੜਾ ਹੈਗਾ ਉਹਦੀ ਐਕਸਪੈਂਸ਼ਨ ਲਈ। ਸਾਰੇ ਜਾਣਦੇ ਆ ਤੁਹਾਡੇ ਲਿਸਨਰਸ ਕਿ ਜਿਹੜਾ ਪੀਲ ਮੈਮੋਰੀਅਲ ਹਸਪੀਟਲ ਹੈਗਾ ਜੀ ਇਸ ਵੇਲੇ ਇੱਕ ਅਰਜੈਂਟ ਕੇਅਰ ਸੈਂਟਰ ਆ। ਸੋ ਉਹਨੂੰ ਜਿਹੜਾ ਫੁੱਲ ਫਲੈਜਡ ਹਸਪੀਟਲ ਜਿਹੜਾ ਬਣਾਇਆ ਜਾਊਗਾ 24/7, ਉਹਦੇ ਵਿੱਚ ਬੈਡਸ ਵੀ ਜਿਹੜੇ ਇੰਕਲੂਡ ਕੀਤੇ ਜਾਣਗੇ। ਇੱਕ ਹਿਸਟੋਰੀਕਲ ਡੇ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਜ਼ ਨੂੰ ਜਿਹੜਾ ਇਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਥੈਂਕ ਯੂ ਕਰਨਾ ਚਾਹੀਦਾ ਕਿ ਬਰੈਂਪਟਨ ਲਈ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਚੀਜ਼ ਨਹੀਂ ਹੋ ਸਕੀ ਉਹ ਅਸੀਂ ਸਾਡੀ ਗਵਰਨਮੈਂਟ ਨੇ 2-2.5 ਸਾਲ ਦੇ ਵਿੱਚ ਕਰ ਦਿੱਤੀ। ਆਪਾਂ ਕੋਵਿਡ ਦਾ ਟਾਈਮ ਹੀ ਕੱਢ ਦਈਏ, ਹਰਜਿੰਦਰ ਭਾਜੀ ਪਿੱਛੋਂ 1.25 ਸਾਲ ਤੋਂ ਕੋਵਿਡ ਚੱਲ ਰਿਹਾ ਜੀ। ਸੋ ਆਪਾਂ ਕਹਿ ਲਈਏ 1.25 ਸਾਲ ਦੇ ਵਿੱਚ ਗਵਰਨਮੈਂਟ ਨੇ ਜਿਹੜੀ ਆ ਇਹ ਚੀਜ਼ ਜਿਹੜਾ ਪ੍ਰੋਮਿਸ ਕੀਤਾ ਸੀ, ਇਹ ਡਿਲੀਵਰ ਕੀਤਾ ਵਾ। ਸੋ ਮੈਨੂੰ ਲੱਗਦਾ ਉਹਦੇ ਨਾਲ ਦੀ ਨਾਲ ਜਿੱਦਾਂ ਆਪਣੇ ਮੇਅਰ ਬਰਾਊਨ ਵੀ ਕਹਿ ਰਹੇ ਕਿ ਬਰੈਂਪਟਨ ਇੱਕ ਹੋਮ ਰਨ ਬਹੁਤ ਘੱਟ ਹੁੰਦਾ ਕਿ ਇੱਕ ਹਸਪੀਟਲ ਅਨਾਊਂਸ ਕੀਤਾ ਜਾਵੇ, ਉਹਦੇ ਨਾਲ ਦੀ ਨਾਲ ਮੈਡੀਕਲ ਸਕੂਲ ਜਿਹੜਾ ਅਨਾਊਂਸ ਕੀਤਾ ਜਾਵੇ। ਸੋ ਸਾਡੀ ਗਵਰਨਮੈਂਟ ਨੇ ਉਹਦੀ ਪਲੈਨਿੰਗ ਗ੍ਰਾਂਟ ਜਿਹੜੀ ਹੈ ਜੀ ਰਾਜਸਥਾਨ ਯੂਨੀਵਰਸਿਟੀ ਨੂੰ ਦੇ ਦਿੱਤੀ ਆ ਇਹਦੇ ਬਜਟ ਦੇ ਵਿੱਚ ਕਿ ਤੁਸੀਂ ਤਿਆਰ ਕਰੋ, ਪਲੈਨਿੰਗ ਕਰੋ ਕਿ ਕਿੱਦਾਂ ਆਪਾਂ ਜਿਹੜਾ ਮੈਡੀਕਲ ਸਕੂਲ ਜਿਹੜਾ ਇੱਥੇ ਬਣਾ ਸਕਦੇ ਹਾਂ ਬਰੈਂਪਟਨ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਦੋ ਬਹੁਤ ਹੀ ਵਧੀਆ ਜਿਹੜੀਆਂ ਨਿਊਜ਼ ਆ ਬਰੈਂਪਟੋਨੀਅਨਸ ਲਈ। ਥੈਂਕ ਯੂ ਕਰਦੇ ਹਾਂ ਪ੍ਰੀਮੀਅਰ ਦਾ, ਸਾਡੇ ਜਿਹੜੇ ਪੈਟਰਿਕ ਬਰਾਊਨ ਮੇਅਰ ਹੈਗੇ ਆ, ਸਾਰੀ ਕਾਉਂਸਲ ਦਾ ਜਿਹੜੇ ਐਡਵੋਕੇਟ ਕਰ ਰਹੇ ਸੀ, ਸਾਡੇ ਨਾਲ ਹੈਲਪ ਕਰ ਰਹੇ ਸੀ। ਸੋ ਬਹੁਤ ਵਧੀਆ ਇੱਕ ਐਕਸਾਈਟਿੰਗ ਨਿਊਜ਼ ਜਿਹੜੀ ਹੈਗੀ ਆ ਬਰੈਂਪਟੋਨੀਅਨਸ ਲਈ। ਰਾਈਟ ਗੁਰਰਤਨ ਜੀ, ਤੁਸੀਂ ਆਪ ਹੀ ਹੁਣ ਜੇਕਰ ਪੁੱਛਣਾ ਚਾਹੋ, ਬੇਸ਼ੱਕ ਤੁਸੀਂ ਹਾਊਸ ਦੇ ਵਿੱਚ ਵੀ ਪੁੱਛਦੇ ਹੋਵੋਗੇ, ਪਰ ਅੱਜ ਜੇ ਔਨ ਏਅਰ ਵੀ ਗੁਰਰਤਨ ਹੋਰੀ ਔਰ ਅਮਰਜੋਤ ਹੋਰੀ ਇਸ ਵੇਲੇ ਸਾਡੇ ਨਾਲ ਨੇ ਦੋਸਤੋ, ਦੋਨੋਂ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜਿੱਥੇ ਪੀਸੀ ਪਾਰਟੀ ਤੋਂ ਤੇ ਐਨਡੀਪੀ ਤੋਂ। ਤੇ ਗੁਰਰਤਨ ਜੀ, ਹੁਣ ਤੁਸੀਂ ਕਹਿ ਰਹੇ ਹੋ ਕਿ ਆਪਣੇ ਤੁਹਾਡੇ ਸਾਹਮਣੇ ਆ ਕੇ ਇਹਨਾਂ ਨੇ ਦੁਬਾਰਾ ਵੀ ਉਹੀ ਅਨਾਊਂਸਮੈਂਟ ਰਿਪੀਟ ਕਰ ਦਿੱਤੀ ਹੈ। ਬਿਲਕੁਲ ਜੀ। ਸੋ ਜੋ ਕੁਝ ਮੈਂ ਇੱਕ ਹੋਰ ਵਾਰੀ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਕੱਲਾ ਸਿਰਫ ਨਹੀਂ ਕਹਿੰਦਾ, ਮੇਰੇ ਮੋਰੇ 3 ਆਰਟੀਕਲ ਨੇ, ਇੱਕ ਹੈਗਾ CTV ਨਿਊਜ਼ ਤੋਂ, ਇੱਕ ਗਲੋਬਲ ਨਿਊਜ਼ ਤੋਂ ਤੇ ਇੱਕ ਸਿਟੀ ਨਿਊਜ਼ ਤੋਂ, ਤੇ ਤਿੰਨੋਂ ਹੀ ਕਹਿੰਦੇ ਨੇ ਕਿ no specific funding is in the budget. So budget ਕਾਰਨ ਇਹ ਹੈ ਜਾਂ the reason we have a budget is to allocate money. ਤੇ ਇਸ ਬਜਟ ਦੇ ਵਿੱਚ $1 ਵੀ ਨਹੀਂ ਲਿਖਿਆ ਹੋਇਆ ਕਿ ਉਹ ਬਰੈਂਪਟਨ the healthcare system ਵਾਸਤੇ ਪੈਸੇ ਦੇਣਾ, ਤੇ specifically Peel Memorial ਦੇ ਬਾਰੇ no funding commitment and no timeline has been given for this project. So ਅਸੀਂ ਇਦਾਂ ਕਹਿ ਵੀ ਨਹੀਂ ਸਕਦੇ ਕਿ ਇੱਕ ਨਵਾਂ ਹਸਪਤਾਲ ਆਉਣ ਲੱਗਿਆ ਜੇ ਬਜਟ ਦੇ ਵਿੱਚ ਨਹੀਂ ਲਿਖਿਆ। ਅਮਰਜੋਤ ਜੀ, ਜਵਾਬ ਦੇਣਾ ਚਾਹੋ ਇਸ ਸਵਾਲ ਦਾ? ਹਾਂਜੀ ਬਿਲਕੁਲ ਭਾਜੀ, ਪਹਿਲਾਂ ਤਾਂ ਇਹ ਵਾ ਲੋਟ ਆਫ ਰਿਸਪੈਕਟ ਫॉर ਗੁਰਰਤਨ ਭਾਜੀ, ਹਮੇਸ਼ਾ ਹੀ ਜਿਹੜੇ ਬਰੈਂਪਟਨ ਇਸ਼ੂਜ਼ ਇਹ ਵੀ ਰੇਸ ਕਰਦੇ ਰਹਿੰਦੇ ਆ। ਬਟ ਇਹਦੇ ਵਿੱਚ ਮੈਂ ਇਹ ਤਾਂ ਸਾਡੇ ਤੋਂ ਸੀਨੀਅਰ ਹੈ ਜੀ, ਦੇਖੋ ਇਹਨਾਂ ਨੂੰ ਪੋਲਿਟਿਕਸ ਦਾ ਸਾਡੇ ਨਾਲੋਂ ਜ਼ਿਆਦਾ ਤਜਰਬਾ ਵਾ। ਪਰ ਜਦੋਂ ਵੀ ਹਰਜਿੰਦਰ ਭਾਜੀ ਕੋਈ ਬਜਟ ਪੇਸ਼ ਹੁੰਦਾ ਨਾ, ਬਜਟ ਦੇ ਵਿੱਚ ਹਮੇਸ਼ਾ ਚੀਜ਼ਾਂ ਆਊਟਲਾਈਨ ਕੀਤੀਆਂ ਜਾਂਦੀਆਂ ਕਿ ਬਰੈਂਪਟਨ ਵਿਲ ਬੀ ਗੈਟਿੰਗ ਅ ਹਸਪੀਟਲ। ਉਹਦੀਆਂ ਜਿਹੜੀਆਂ ਡਿਟੇਲਸ ਆ ਉਹ ਤੁਹਾਨੂੰ ਹੌਲੀ ਹੌਲੀ ਜਿਹੜੀਆਂ ਰੋਲ ਆਊਟ ਕਰਦੀ ਆ ਪ੍ਰੋਵਿੰਸ। ਕੋਈ ਵੀ ਡਿਟੇਲਸ ਜਿਹੜੀ ਆ ਉਹਦੇ ਵਿੱਚ ਇੱਦਾਂ ਨਹੀਂ ਦਿੱਤੀ ਜਾਂਦੀ ਕਿ ਇੰਨੇ ਪੈਸੇ ਜਿਹੜੇ ਐਲੋਕੇਟ ਕੀਤੇ ਜਾਣਗੇ। ਆਪਾਂ ਆਉਣ ਵਾਲੇ ਦਿਨਾਂ 'ਤੇ ਦੇਖਾਂਗੇ ਪ੍ਰੀਮੀਅਰ ਸਾਡੇ ਡਗਫੋਰਡ ਸਾਹਿਬ ਬਰੈਂਪਟਨ ਦੇ ਵਿੱਚ ਆਪ ਸਪੈਸ਼ਲੀ ਆਉਣਗੇ, ਆਪ ਆ ਕੇ ਉੱਥੇ ਸਾਰੀਆਂ ਅੱਜ ਗੁਰਰਤਨ ਭਾਜੀ ਨੇ ਪ੍ਰੀਮੀਅਰ ਨੂੰ ਇਵਨ ਤੁਸੀਂ ਦੇਖੋ ਕੁਐਸਚਨ ਵੀ ਪੁੱਛਿਆ ਸੀ ਕਿ ਜਿਹੜਾ ਇਹ ਜੀ ਬਰੈਂਪਟਨ ਦੇ ਵਿੱਚ ਕੋਈ ਫੰਡਿੰਗ ਐਲੋਕੇਟ ਨਹੀਂ ਕੀਤੀ ਗਈ। ਸੋ ਪ੍ਰੀਮੀਅਰ ਨੇ ਇਹਨਾਂ ਨੂੰ ਜਵਾਬ ਦਿੱਤਾ ਸੀ ਹਾਊਸ ਦੇ ਵਿੱਚ ਸਾਰਿਆਂ ਸਾਹਮਣੇ ਲਾਈਵ ਜਿਹੜਾ ਹੁੰਦਾ ਕਿ ਜਿਹੜਾ ਇਹ ਬਰੈਂਪਟਨ ਦਾ 24/7 ਜਿਹੜਾ ਹਸਪੀਟਲ ਬਣੂਗਾ, ਇਹਦੇ ਵਿੱਚ ਐਮਰਜੈਂਸੀ ਹੋਊਗੀ, ਬੈਡਸ ਹੋਣਗੇ, ਇਨ ਪੇਸ਼ੈਂਟ ਵਿੰਗ ਹੋਊਗਾ। ਸੋ ਨਵਾਂ ਇੱਕ ਫੁੱਲ ਫਲੈਜ ਹਸਪੀਟਲ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ। ਸੋ ਜਿਹੜੀ ਤੁਸੀਂ ਬਾਕੀ ਡਿਟੇਲਸ ਜਿਹੜੀਆਂ ਜੀ ਪ੍ਰੀਮੀਅਰ ਆ ਕੇ ਬਰੈਂਪਟਨ ਦੇ ਵਿੱਚ ਖੁਦ ਆ ਕੇ ਦੇਣਗੇ। ਜੀ ਗੁਰਰਤਨ ਜੀ, ਸੋ ਇੱਕ ਗੱਲ ਹੈ ਕਿ ਮੁੱਦੇ ਦੇ ਉੱਤੇ ਗੱਲ ਕਰਨੀ ਹੈ, ਇੱਕ ਸਰਵਿਸ ਜਾਂ ਹਸਪਤਾਲ ਨੂੰ ਅਮਲ ਕਰਨੀ ਹੈ, ਤੇ ਸਾਡੇ ਕੋਲ ਬਜਟ ਹੈ। ਬਜਟ ਮੈਂ ਇੱਕ ਚੀਜ਼, ਮੈਂ ਤੁਹਾਨੂੰ ਵੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਅਮਰਜੋਤ ਸਾਹਿਬ, ਪਰ ਮੈਂ ਇਸ ਗੱਲ ਮੈਂ ਤੁਹਾਨੂੰ ਡਿਸਐਗਰੀ ਹੈ ਕਿ ਇਹ ਬਜਟ ਦੇ ਵਿੱਚ ਇਹ ਸਰਕਾਰ ਦਾ ਪ੍ਰਾਇਓਰਿਟੀਜ਼ ਲਿਖਿਆ ਹੋਇਆ, ਤੇ ਜੇ ਬਜਟ ਦੇ ਵਿੱਚ ਇਹ ਬਜਟ ਦਾ ਮਤਲਬ ਹੈ, ਅਦਰਵਾਈਜ਼ ਵੀ ਵੁਡਨਟ ਹੈਵ ਬਜਟ। ਦ ਬਜਟ ਡੈਮੋਨਸਟ੍ਰੇਟਸ ਵੇਅਰ ਦ ਗਵਰਨਮੈਂਟ ਇਜ਼ ਸਪੈਂਡਿੰਗ ਫॉर 2021, ਤੇ ਇਸ ਬਜਟ ਦੇ ਵਿੱਚ ਕੋਈ ਕਮਿਟਮੈਂਟ ਨਹੀਂ ਹੈਗਾ। ਅੱਜ ਵੀ ਜਦੋਂ ਪ੍ਰੀਮੀਅਰ ਸਾਹਿਬ ਜਵਾਬ ਦਿੱਤਾ, he gave no time commitment and no dollar figure. ਸਾਨੂੰ ਸਬੂਤ ਦੇਖਣਾ ਚਾਹੀਦਾ ਇਸ ਚੀਜ਼ ਦੇ ਵਿੱਚ, ਕਿਉਂਕਿ we don't need empty promises. ਹਮੇਸ਼ਾ ਪਿਛਲੇ 15 ਸਾਲ 20 ਸਾਲ ਲਿਬਰਲ ਤੇ ਕੰਜ਼ਰਵੇਟਿਵ ਗਵਰਨਮੈਂਟ ਇਦਾਂ ਦਾ empty promises ਲੋਕਾਂ ਨੂੰ ਦੇ ਰਹੇ ਨੇ, ਤੇ ਇਹ ਇੱਕ ਹੋਰ ਵੀ empty promise ਹੈ। ਸਾਨੂੰ ਦਿਖਾਓ ਫੰਡਿੰਗ ਕਮਿਟਮੈਂਟ ਸਾਨੂੰ ਚਾਹੀਦਾ, ਸਾਨੂੰ ਟਾਈਮਲਾਈਨ ਸਾਨੂੰ ਚਾਹੀਦਾ, ਤੇ ਸਾਨੂੰ ਇੱਕ ਐਕਚੁਅਲ ਐਮਰਜੈਂਸੀ ਰੂਮ ਵੀ ਚਾਹੀਦਾ ਪੀਲ ਮੈਮੋਰੀਅਲ ਵਿੱਚ। ਇਸ ਤੋਂ ਬਿਨਾਂ ਐਂਡ ਵੀ ਨੀਡ ਅ ਥਰਡ ਹਸਪੀਟਲ। ਇਹ ਵੀ ਗੱਲ ਹੈ ਕਿ ਵੀ ਨੀਡ ਟੂ ਮੇਕ ਸ਼ੋਰ ਦੈਟ ਬਰੈਂਪਟਨ ਦਾ ਹੈਲਥ ਕੇਅਰ ਸਿਸਟਮ ਮਜ਼ਬੂਤ ਹੈ। ਸੋ ਬਜਟ ਦੇ ਵਿੱਚ ਮੇਰਾ ਹੱਥ ਵਿੱਚ ਇਹੀ ਹੋਣੇ ਆ, ਐਂਡ ਆਈ ਲੁੱਕ ਟੂ ਇਟ। ਤੁਸੀਂ ਮੈਨੂੰ ਪੇਜ ਦੱਸੋ, ਤੁਸੀਂ ਮੈਨੂੰ ਲਾਈਨ ਦੱਸੋ, ਕਿੱਥੇ ਲਿਖਿਆ $1 ਵੀ ਕਿੱਥੇ ਲਿਖਿਆ ਕਿ ਪੀਲ ਮੈਮੋਰੀਅਲ ਫੰਡਿੰਗ ਮਿਲੂਗਾ
ਇੱਕ ਨਵਾਂ ਇਨਪੇਸ਼ੈਂਟ ਵਿੰਗ ਵਾਸਤੇ ਜਾਂ ਇੱਕ ਐਮਰਜੈਂਸੀ ਰੂਮ ਵਾਸਤੇ? ਜੀ ਅਮਰਜੋਤ। ਹਾਂਜੀ ਭਾਜੀ, ਮੈਂ ਤਾਂ ਐਗਰੀ ਕਰਦਾ ਜੀ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਬਜਟ ਦੇ ਵਿੱਚ ਜਿਹੜੀਆਂ ਡਿਟੇਲਸ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ, ਬਟ ਆਪਾਂ 1-2 ਦਿਨ ਦੀ ਗੱਲ ਆ ਜੀ। ਬਸ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਪ੍ਰੀਮੀਅਰ ਸਾਹਿਬ ਆ ਕੇ ਬਰੈਂਪਟਨ ਦੇ ਵਿੱਚ ਸਾਰੀਆਂ ਚੀਜ਼ਾਂ ਹਾਈਲਾਈਟ ਕਰਨਗੇ ਕਿ ਜਿਹੜਾ ਪ੍ਰੋਪਰ ਫੁੱਲ ਫਲੈਜ ਹਸਪੀਟਲ ਬਣੂਗਾ। ਸਾਡੇ ਵੱਲੋਂ ਸ਼ਵਲ ਰੈਡੀ ਪ੍ਰੋਜੈਕਟ ਹੋਊਗਾ। ਤੁਸੀਂ ਦੇਖੋ ਜੀ, ਈਵਨ ਆਪਣੇ ਮੇਅਰ ਬਰਾਊਨ ਜਿਹੜੇ ਉਹ ਵੀ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਆ, ਥੈਂਕ ਯੂ ਕਰ ਰਹੇ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ। ਸੋ ਮੈਨੂੰ ਲੱਗਦਾ ਨਹੀਂ ਕਿ ਜੇ ਕੁਛ ਹੈ ਹੀ ਆ ਫੋਕਾ ਹੀ ਇੱਕ ਕਹਿ ਲਓ ਕਿ ਅਨਾਊਂਸਮੈਂਟ ਆ। ਦੇ ਮੇਅਰ ਵੀ ਜਿਹੜੇ ਉਹਨਾਂ ਨੇ ਪੋਲਿਟਿਕਸ ਕਾਫੀ ਦੇਖੀ ਆ ਕਿ ਉਹ ਜਾਣ ਕੇ ਕਹਿ ਲਓ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਤਾਰੀਫ ਕਰੀ ਜਾਣਗੇ ਕਿ ਜੇ ਇੱਕ ਹਸਪੀਟਲ ਆ ਰਿਹਾ, ਮੈਡੀਕਲ ਯੂਨੀਵਰਸਿਟੀ ਆ ਰਹੀ ਹੈ, ਸਕੂਲ ਆ ਰਿਹਾ। ਸੋ ਮੈਂ ਜਿੱਦਾਂ ਕਿਹਾ ਜੀ, ਬਸ 1-2 ਦਿਨ ਦੀ ਗੱਲ ਆ। ਪ੍ਰੀਮੀਅਰ ਸਾਹਿਬ ਆਉਣਗੇ ਬਰੈਂਪਟਨ ਦੇ ਵਿੱਚ, ਆ ਕੇ ਖੁਦ ਅਨਾਊਂਸਮੈਂਟ ਕਰਨਗੇ ਕਿ ਜਿਹੜਾ ਬਰੈਂਪਟਨ ਦੀ ਜਿਹੜਾ ਹਸਪੀਟਲ ਆ ਫੁੱਲ, ਜਿਹੜੀ ਬਹੁਤ ਲੰਮੇ ਸਮੇਂ ਤੋਂ ਡਿਮਾਂਡ ਕੀਤੀ ਜਾ ਰਹੀ ਸੀ, ਇਹ ਹਸਪੀਟਲ ਜਿਹੜਾ ਆਪਣਾ ਕਹਿ ਲਓ ਕਿ ਇੱਕ ਡ੍ਰੀਮ ਸੀ ਸਾਰਿਆਂ ਦਾ ਕਿ ਜਿਹੜਾ ਹਸਪੀਟਲ ਬਣਨਾ ਚਾਹੀਦਾ, ਫੁੱਲ ਫਲੈਜ ਹਸਪੀਟਲ, ਜਿਹੜਾ ਸੈਕਿੰਡ ਹਸਪੀਟਲ। ਬਰੈਂਪਟਨ ਹਮੇਸ਼ਾ ਆਪਾਂ ਕਹਿੰਦੇ ਅੰਡਰ ਫੰਡਡ ਆ, ਬਰੈਂਪਟਨ ਦੇ ਵਿੱਚ ਹਸਪੀਟਲ ਨਹੀਂ ਹੈਗਾ। ਹੁਣ ਜੇ ਚੀਜ਼ ਆ ਰਹੀ ਹੈ ਤੇ ਮੈਨੂੰ ਲੱਗਦਾ ਕਿ ਰਾਦਰ ਦੈਨ ਕ੍ਰਿਟਿਸਾਈਜ਼ਿੰਗ ਆਪਾਂ ਨੂੰ ਵੈਲਕਮ ਕਰਨਾ ਚਾਹੀਦਾ ਵਾ। ਨੋ ਡਾਊਟ ਜੇ ਕੱਲ੍ਹ ਨੂੰ ਉਹ ਚੀਜ਼ ਨਹੀਂ ਹੁੰਦੀ, ਜੇ ਆਪਾਂ ਨੂੰ ਲੱਗਦਾ ਵਾ ਕਿ ਜੇ ਨਹੀਂ ਇਹ ਫੋਕਾ ਹੀ ਇੱਕ ਕਹਿ ਲਓ ਕਿ ਅਨਾਊਂਸਮੈਂਟ ਸੀ, ਕੋਈ ਫੰਡਿੰਗ ਨਹੀਂ ਹੈਗੀ, ਕੋਈ ਇਹਦੇ ਵਿੱਚ ਕੁਝ ਬਣ ਨਹੀਂ ਰਿਹਾ, ਫਿਰ ਡੈਫੀਨੇਟਲੀ ਤੁਸੀਂ ਕ੍ਰਿਟਿਸਾਈਜ਼ ਕਰੋ ਉਹ ਚੀਜ਼ ਨੂੰ। ਬਟ ਤੁਸੀਂ ਹਜੇ ਬਜਟ ਜਿਹੜਾ ਅਜੇ ਕੱਲ੍ਹ ਹੀ ਪੇਸ਼ ਕੀਤਾ ਗਿਆ, ਜਿਹੜੀਆਂ ਡੀਟੇਲਸ ਰੋਲ ਆਊਟ ਹੌਲੀ ਹੌਲੀ ਹੋਣਗੀਆਂ ਹਰ ਚੀਜ਼ ਦੀਆਂ। ਸੋ ਮੈਨੂੰ ਲੱਗਦਾ ਥੋੜ੍ਹੇ ਦਿਨ ਵੇਟ ਕਰੋ, ਆਪੇ ਜਿਹੜਾ ਸਾਰਾ ਕਲੀਅਰ ਹੋ ਜਾਊਗਾ ਜੀ। ਹਾਂਜੀ ਗੁਰਰਤਨ ਜੀ, ਇਸ ਪੁਆਇੰਟ 'ਤੇ ਤੁਸੀਂ ਸੈਟਿਸਫਾਈਡ ਹੋ ਕਿ ਜਿਵੇਂ ਹੁਣ ਅਮਰਜੋਤ ਹੋਣਾ ਨੇ ਕਿਹਾ ਕਿ ਬਸ ਠੀਕ ਹੈ, ਤੁਹਾਡਾ ਕੰਸਰਨ ਵੀ ਵਾਜਬ ਹੈ, ਪਰ ਉਹ ਕਹਿੰਦੇ ਕਿ ਹੁਣ 2-3 ਦਿਨ 4 ਦਿਨ ਦੇ ਵਿੱਚ ਜਦੋਂ ਅਨਾਊਂਸਮੈਂਟ ਹੋ ਜਾਏਗੀ ਫਿਰ ਤੁਸੀਂ ਸੈਟਿਸਫਾਈਡ ਹੋਵੋਗੇ, ਜਾਂ ਫਿਰ ਵੀ ਅਜੇ ਤੁਹਾਨੂੰ ਲੱਗਦਾ ਹੋਵੇ ਕਿ ਕੋਈ ਸਪੈਸ਼ਲ ਜਿਹੜੀ ਚੀਜ਼ ਫੁੱਲਫਿਲ ਕੀਤੀ ਜਾਵੇ ਤਾਂ ਕਿ ਉਹਦੇ ਲਈ ਵੀ ਆਪਾਂ ਅਕਾਊਂਟੇਬਲ ਬਣਾ ਸਕੀਏ ਸਰਕਾਰ ਨੂੰ? ਸੋ ਇਹ ਬਜਟ 200 ਪੇਜਸ ਦਾ ਹੈਗਾ, ਬਹੁਤ ਵੱਡਾ ਜਿਹਾ ਬਜਟ ਹੈ, ਤੇ ਜੇ ਸਰਕਾਰ ਇੰਨਾ ਕੌਨਫੀਡੈਂਟ ਸੀ ਕਿ ਉਹ ਪੈਸੇ ਲੈ ਕੇ ਆਉਣੇ ਸੀਗਾ ਬਰੈਂਪਟਨ ਵਾਸਤੇ, ਫਿਰ ਉਹ ਬਜਟ ਵਿੱਚ ਕਿਉਂ ਨਹੀਂ ਲਿਖਿਆ ਕਿ ਇਹ ਬਜਟ ਦਾ ਕਾਰਨ ਹੈ? ਸੋ ਮੈਂ ਇਸ ਗੱਲ ਮੈਂ ਅਮਰਜੋਤ ਸਾਹਿਬ ਨਾਲ ਨਹੀਂ ਸਹਿਮਤ ਹਾਂ। ਜੇ ਇਹ ਕਿਉਂਕਿ ਬਾਕੀ ਹੋਰ ਪ੍ਰੋਜੈਕਟਸ ਵਾਸਤੇ ਲਿਖਿਆ ਹੋਇਆ, ਵੱਖਰੇ ਡਿਫਰੈਂਟ ਹਸਪੀਟਲ ਵਾਸਤੇ ਲਿਖਿਆ ਹੋਇਆ ਕਿ ਉਹ 24 ਐਮਰਜੈਂਸੀ ਰੂਮ ਵੀ ਲੈ ਕੇ ਆਉਣਾ ਡਿਫਰੈਂਟ ਸ਼ਹਿਰਾਂ ਦੇ ਵਿੱਚ। ਪਰ ਜਦੋਂ ਬਰੈਂਪਟਨ ਦੀ ਗੱਲ ਹੁੰਦੀ ਹੈ, ਇਹ ਜੋ ਕੁਛ ਅਸੀਂ ਸੁਣ ਰਹੇ ਹਾਂ ਪਿਛਲੇ 20 ਸਾਲ, ਹਮੇਸ਼ਾ ਬਰੈਂਪਟਨ ਪਿੱਛੇ ਰੱਖਦੇ ਆ। ਕੋਈ ਹਮੇਸ਼ਾ ਲਿਬਰਲ ਜਾਂ ਕੰਸਰਵੇਟਿਵ ਸਰਕਾਰ ਨੇ ਕੋਈ ਐਕਸਕਿਊਜ਼ ਬਣਾਉਂਦੇ ਆ ਕਿ ਨਹੀਂ ਬਾਅਦ ਚੋਂ 2 ਦਿਨਾਂ ਦੇ ਵਿੱਚ ਤੁਹਾਨੂੰ ਦੇ ਦਿਓ, ਫਿਰ ਮਹੀਨਾ ਸਾਨੂੰ ਦੇ ਦਿਓ। ਪਰ ਐਂਡ ਦੇ ਵਿੱਚ ਇਹੀ ਹੈ, ਬਜਟ ਇਹ ਬਹੁਤ ਸੀਰੀਅਸ ਚੀਜ਼ ਹੈ, ਤੇ ਜੇ ਬਜਟ ਦੇ ਵਿੱਚ ਨਹੀਂ ਲਿਖਿਆ ਤੇ ਹਰ ਬਰੈਂਪਟੋਨੀਅਨ, ਹਰ ਅੰਟੇਰੀਅਨ ਇਸ ਚੀਜ਼ ਦੇ ਬਾਰੇ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। We should be advocating and pushing because that is what demonstrates the government's priorities. Otherwise, we wouldn't have budget day. Otherwise, we wouldn't have put so much priority around this. The budget demonstrates the government's focus, the government's spending direction, and this budget does not. And ਮੈਨੂੰ ਲੱਗਦਾ ਕਿ ਸੰਧੂ ਸਾਹਿਬ ਮੇਰੇ ਨਾਲ ਸਹਿਮਤ ਹੋ। He is not disagreeing that it's not in the budget. So if it's not in the budget, everyone should be concerned right now, and everyone should be making as much noise as possible saying that Brampton is once again being left behind. ਅਮਰਜੋਤ ਜੀ, ਕੰਸਰਨ ਵਾਈਜ਼ ਜੇ ਦੇਖਿਆ ਜਾਵੇ ਤਾਂ ਗੁਰਰਤਨ ਹੋਰਾਂ ਦੇ ਪੁਆਇੰਟ 'ਚ ਦਮ ਹੈ ਕਿ ਜੇ ਲਿਖਿਆ ਹੀ ਨਹੀਂ ਹੈ, ਬਜਟ 'ਚ ਹੀ ਨਹੀਂ ਲਿਖਿਆ ਗਿਆ, ਤਾਂ ਫਿਰ ਅਜੇ 2-3 ਦਿਨ ਹਫ਼ਤਾ ਵੇਟ ਕਰਕੇ ਆਪਾਂ ਕੀ ਕਰਾਂਗੇ? ਨਹੀਂ ਭਾਜੀ, ਇਹ ਚੀਜ਼ ਨਾਲ ਮੈਂ ਐਗਰੀ ਨਹੀਂ ਕਰਦਾ ਜੀ। ਬਜਟ ਦੇ ਵਿੱਚ ਲਿਖਿਆ ਗਿਆ ਵਾ ਹਸਪੀਟਲ ਜਿਹੜਾ ਪੀਲ ਮੈਮੋਰੀਅਲ ਦੀ ਐਕਸਟੈਂਸ਼ਨ ਕਰਨੀ ਆ, ਉਹਦੇ ਵਿੱਚ ਨਵਾਂ ਇਨਪੇਸ਼ੈਂਟ ਵਿੰਗ ਕਰਨਾ। ਡੀਟੇਲਸ ਉਹਦੇ ਵਿੱਚ ਨਹੀਂ ਦਿੱਤੀਆਂ ਗਈਆਂ ਪ੍ਰੋਪਰ, ਉਹ ਮੈਂ ਮੰਨਦਾ, ਬਟ ਬਜਟ ਦੇ ਵਿੱਚ ਹੈਗਾ ਵਾ। ਆਈ ਥਿੰਕ ਪੇਜ ਨੰਬਰ 51 ਦੇ ਉੱਪਰ ਆ ਸ਼ਾਇਦ, ਇਹ ਜਿਹੜਾ ਬਜਟ ਦੇ ਵਿੱਚ ਹੈਗਾ ਕਿ ਜਿਹੜਾ ਨਵਾਂ ਹਸਪੀਟਲ ਜਿਹੜਾ ਪੀਲ ਮੈਮੋਰੀਅਲ ਦੀ ਐਕਸਟੈਂਸ਼ਨ ਕੀਤੀ ਜਾਊਗੀ, ਇਨਪੇਸ਼ੈਂਟ ਵਿੰਗ ਬਣੂਗਾ। ਉਹ ਵੀ ਨਾਲ ਦੀ ਨਾਲ ਜਿਹੜੀ $30 ਬਿਲੀਅਨ ਦੀ ਗਵਰਨਮੈਂਟ ਇਨਵੈਸਟਮੈਂਟ ਕਰ ਰਹੀ ਹੈ, ਓਵਰਆਲ $30 ਬਿਲੀਅਨ ਦੀ ਹਸਪੀਟਲ ਜਿਹੜੇ ਨਵੇਂ ਬਣਾਉਣੇ ਆ ਜਾਂ ਐਕਸਟੈਂਸ਼ਨ ਕਰਨੀ ਆ ਜਾਂ ਕੋਈ ਰੀਡਿਵੈਲਪਮੈਂਟ ਕਰਨੀ ਆ। ਬਟ ਇਕੱਲੇ ਇਹ ਸਪੈਸੀਫਿਕਲੀ ਜਿਹੜਾ ਆਹ ਪ੍ਰੋਜੈਕਟ ਹੈਗਾ ਪੀਲ ਮੈਮੋਰੀਅਲ ਦਾ, ਇਹਦੇ ਲਈ ਕਿੰਨੀ ਇਨਵੈਸਟਮੈਂਟ ਆ, ਜਿੱਦਾਂ ਮੈਂ ਕਿਹਾ ਉਹ ਡੀਟੇਲਸ ਅਜੇ ਨਹੀਂ ਦਿੱਤੀਆਂ ਗਈਆਂ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਡੀਟੇਲਸ ਜਿਹੜੀਆਂ ਕਲੀਅਰ ਹੋਣਗੀਆਂ, ਬਟ ਬਜਟ ਦੇ ਵਿੱਚ ਡੈਫੀਨਿਟਲੀ ਹੈਗਾ ਵਾ ਕਿ ਜਿਹੜਾ ਹਸਪੀਟਲ ਜਿਹੜਾ ਨਵਾਂ ਬਣ ਰਿਹਾ ਬਰੈਂਪਟਨ ਦੇ। ਠੀਕ ਹੈ, ਤੇ ਆਪਾਂ ਕਦੋਂ ਤੱਕ ਆਸ ਰੱਖੀਏ ਜੀ ਕਿ ਦੁਬਾਰਾ ਫਿਰ ਆਪਾਂ ਇਸੇ ਗੱਲ ਨੂੰ ਹੀ ਗੁਰਰਤਨ ਹੋਰੀ ਵੀ ਨਾਲ ਲਵਾਂਗੇ, ਇਹਨਾਂ ਨੂੰ ਵੀ, ਤੁਹਾਨੂੰ ਵੀ, ਜਾਂ ਪ੍ਰਮੀ ਸਰਕਾਰੀ ਆ ਜਾਂ ਕੋਈ ਹੋਰ ਵੀ ਅਗਰ ਨੁਮਾਇੰਦਾ ਹੋਏਗਾ, ਤਾਂ ਅਸੀਂ ਕਦੋਂ ਤੱਕ ਦੀ ਆਸ ਰੱਖੀਏ ਕਿ ਦੁਬਾਰਾ ਫਿਰ ਇਹਨਾਂ ਨੂੰ ਆਪਾਂ ਦੱਸੀਏ ਕਿ ਗੁਰਰਤਨ ਜੀ ਆ ਲਓ ਜੀ, ਜਿਹੜੀ ਪੁਆਇੰਟ ਤੁਸੀਂ ਜਿਹੜੇ ਕੰਸਰਨ ਉਸ ਦਿਨ ਰੇਜ਼ ਕੀਤੇ ਸੀ ਉਹਨਾਂ ਦਾ ਜਵਾਬ ਆ ਗਿਆ? ਬਿਲਕੁਲ ਭਾਜੀ, ਬਿਲਕੁਲ ਜੀ, ਜਲਦੀ ਹੀ ਮੈਂ ਕਹੂੰਗਾ, ਬਹੁਤ ਜਲਦੀ ਹੀ ਜਿਹੜੇ ਪ੍ਰੀਮੀਅਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਪ੍ਰੀਮੀਅਰ ਆ ਕੇ ਆਪ ਅਨਾਊਂਸ ਕਰਨਗੇ ਬਰੈਂਪਟਨ ਦੇ ਵਿੱਚ। ਤੇ ਜੇ ਉਦੋਂ ਮੈਂ ਮੰਨਦਾ ਜੇ ਗੁਰਰਤਨ ਭਾਜੀ ਕਹਿ ਰਹੇ ਆ ਕਿ ਹਾਂਜੀ ਨਹੀਂ ਕੋਈ ਐਲੋਕੇਸ਼ਨ ਹੋਈ, ਜੇ ਫਿਰ ਵੀ ਉਹ ਕਹਿਣਗੇ ਨਹੀਂ ਐਲੋਕੇਸ਼ਨ ਹੋਈ, ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਥੋੜੀ ਵੇਟ ਕਰੋ। ਜੇ ਫਿਰ ਨਹੀਂ ਹੁੰਦਾ ਤਾਂ ਡੈਫੀਨੇਟਲੀ ਵੀ ਆਰ ਕਹਿ ਲਓ ਕਿ
ਕੁਐਸਚਨ ਸਾਨੂੰ ਕਰ ਸਕਦੇ ਆ ਚੀਜ਼ ਵੀ ਆਰ ਅਨਸਟੇਬਲ ਕਿ ਜਿਹੜਾ ਜੀ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਤੇ ਬਾਅਦ ਚ ਵੀ ਜਿਹੜੀ ਕੋਈ ਅਨਾਉਂਸਮੈਂਟ ਨਹੀਂ ਹੋਈ। ਬਟ ਆਈ ਥਿੰਕ ਰਾਈਟ ਨਾਓ ਤੁਸੀਂ ਇਹੋ ਕਰ ਸਕਦੇ ਕਿ ਵੇਟ ਕਰੋ ਥੋੜੇ ਦਿਨ, ਜਿਹੜਾ ਸਾਰਾ ਜਿਹੜੀ ਪਿਕਚਰ ਕਲੀਅਰ ਹੋ ਜਾਊਗੀ। ਠੀਕ ਹੈ ਗੁਰਰਤਨ ਜੀ, ਠੀਕ ਹੈ ਜੀ। ਇਸ ਪੁਆਇੰਟ ਤੇ ਆਪਾਂ ਵਾਈਂਡ ਅਪ ਕਰ ਦਿੰਦੇ ਹਾਂ ਕਿ ਆਪਾਂ ਦੇਖ ਲੈਂਦੇ ਹਾਂ ਕਿੰਨੇ ਕੁ ਦਿਨ ਕੀ, ਜਾਂ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਮੈਂ ਸਿਰਫ ਐਂਡ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਹ ਹਮੇਸ਼ਾ ਬਰੈਂਪਟਨ ਦੀ ਸਟੋਰੀ ਹੈ। ਉਹ ਸਾਨੂੰ ਥੋੜਾ ਜਿਹਾ ਜਿੱਦਾਂ ਸੰਧੂ ਸਾਹਿਬ ਅਮਰਜੋਤ ਜੀ ਕਹਿੰਦਾ ਕਿ ਵੇਟ ਕਰ ਲਓ, ਪਰ ਇਸ ਗੱਲ ਮੈਂ ਨਹੀਂ ਸੈਟਿਸਫਾਈਡ ਹਾਂ ਕਿਉਂਕਿ ਬਾਕੀ ਹੋਰ ਜਦੋਂ ਮੈਂ ਦੂਸਰੇ ਹੋਰ ਹਸਪਤਾਲ ਬਾਰੇ ਗੱਲ ਕਰਦੇ ਬੜੇ ਸਾਫ਼ ਲਫ਼ਜ਼ ਨਾਲ, like I'm reading right now from another hospital, new replacement hospital with 24-hour emergency room department. ਇਹ ਇੱਕ ਗ੍ਰੇ ਬਰੂਸ ਹੈਲਥ ਸਰਵਿਸ ਦੇ ਵਿੱਚ ਮਾਰਕਡੇਲ ਦੇ ਵਿੱਚ ਕਾਫੀ ਸਾਫ਼ ਲਫ਼ਜ਼ ਨਾਲ ਲਿਖਿਆ ਹੋਇਆ ਉਸ ਹਸਪਤਾਲ ਦੇ ਬਾਰੇ ਕਿ emergency room ਆਉਣਾ, ਬਾਕੀ ਹੋਰ ਸਹੂਲਤਾਂ ਆਉਣਾ। ਪਰ ਜਦੋਂ ਬਰੈਂਪਟਨ ਦੀ ਗੱਲ ਹੁੰਦੀ ਹੈ, ਇੱਕ ਸੈਂਟੈਂਸ, construction of a new inpatient wing to increase bed capacity, ਬਸ ਇੰਨੀ ਕੀ ਲਿਖਿਆ ਹੋਇਆ, ਨਾ ਕੁਛ ਵੀ ਨਹੀਂ ਲਿਖਿਆ ਹੋਇਆ emergency room ਦੇ ਬਾਰੇ, ਕੁਛ ਨਹੀਂ ਲਿਖਿਆ ਹੋਇਆ ਕੋਈ ਹੋਰ ਸਹੂਲਤਾਂ ਦੇ ਬਾਰੇ। ਤੇ ਇਹ ਗੱਲ ਮੈਨੂੰ ਗਲਤ ਲੱਗਦਾ ਕਿ ਹਮੇਸ਼ਾ ਬਰੈਂਪਟਨ ਦੇ ਬਾਰੇ ਕਹਿੰਦੇ ਸਾਨੂੰ ਵੇਟ ਕਰ ਲਓ। Brampton is an amazing city. We are one of the best cities in the world. We should be treated with that respect, and treating us with respect is making sure the money is in the budget from the beginning. ਤੇ ਇਹ ਗੱਲ ਮੈਨੂੰ ਥੋੜੇ ਠੀਕ ਨਹੀਂ ਲੱਗਦਾ ਕਿ ਕੰਸਰਵੇਟਿਵ ਮੈਂਬਰ ਸਾਨੂੰ ਦੱਸ ਰਹੇ ਨੇ ਕਿ ਵੇਟ ਕਰ ਲਓ। We shouldn't have to wait. There should have been a priority in the budget from the beginning. ਰਾਈਟ। ਸਾਡੇ ਨਾਲ ਇਸ ਵੇਲੇ ਸਾਡੇ ਟੀਮ ਮੈਂਬਰ ਮਨਨ ਗੁਪਤਾ ਜੀ ਨੇ, ਆਪਾਂ ਉਹਨਾਂ ਨੂੰ ਵੀ 1-2 ਮਿੰਟ ਲਈ ਸੁਣਦੇ ਹਾਂ, ਉਹਨਾਂ ਨੇ ਕੀ ਅਬਜ਼ਰਵ ਕੀਤਾ। ਤੇ ਹਾਂਜੀ ਅਮਰਜੋਤ, ਤੁਹਾਡੇ ਤੋਂ ਵੀ ਪੁਆਇੰਟ ਲੈਣੇ। ਹਾਂਜੀ, ਜਿੱਦਾਂ ਟ੍ਰਿਲੀਅਮ ਹਸਪੀਟਲ ਜਿਹੜਾ ਹੈਗਾ ਜੀ ਮਿਸੀਸਾਗਾ ਦੇ ਵਿੱਚ ਵੀ ਰੀਡਿਵੈਲਪਮੈਂਟ ਹੋ ਰਹੀ ਹੈ, ਉਹਦੀ ਵੀ ਕੋਈ ਮੈਂਸ਼ਨ ਨਹੀਂ ਕੀਤਾ ਗਿਆ, ਬਸ ਇਹ ਲਿਖਿਆ ਗਿਆ ਕਿ ਰੀਡਿਵੈਲਪਮੈਂਟ ਹੋਊਗੀ, ਰੀਕਨਸਟਰਕਸ਼ਨ ਉਹਦੇ ਕਈ ਵਿੰਗ ਦੀ ਹੋਊਗੀ, ਬਟ ਕੋਈ ਬਜਟ ਦੀਆਂ ਡਿਟੇਲਸ ਨਹੀਂ ਦਿੱਤੀਆਂ ਗਈਆਂ। ਤੇ ਨਾਲ ਦੀ ਨਾਲ ਆਪਾਂ ਭਾਜੀ ਇਹ ਤਾਂ ਕਹਿ ਨਹੀਂ ਰਿਹਾ ਕਿ ਆਪਾਂ ਸਾਲ ਵੇਟ ਕਰੋ, 2 ਸਾਲ ਵੇਟ ਕਰੋ, ਨੈਕਸਟ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਡਿਟੇਲਸ ਦੇਵਾਂਗੇ, ਰਾਈਟ। ਆਪਾਂ ਤਾਂ ਕਹਿ ਰਹੇ ਕਿ ਥੋੜੇ ਦਿਨ ਵੇਟ ਕਰੋ, ਤੁਹਾਨੂੰ ਡਿਟੇਲਸ ਆ ਜਾਣਗੀਆਂ। ਜੇ ਤਾਂ ਕਹੀਏ ਕਿ ਹਾਂਜੀ ਨੈਕਸਟ ਇਲੈਕਸ਼ਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਡਿਟੇਲਸ, ਦੈਨ ਇਟ ਮੇਕ ਸੈਂਸ ਕਿ ਸਾਨੂੰ ਕੁਐਸਚਨ ਕਰ ਸਕਦੇ ਆ, ਬਟ ਆਪਾਂ ਥੋੜੇ ਦਿਨਾਂ ਦੀ ਗੱਲ ਕਰ ਰਹੇ ਹਾਂ। ਠੀਕ ਹੈ ਮਨਨ ਜੀ, ਤੁਸੀਂ ਵੀ ਆਨ ਦੀ ਏਅਰ ਹੋ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਸ ਵੇਲੇ ਗੁਰਰਤਨ ਸਿੰਘ ਹੋਰੀ, ਮੈਂਬਰ ਪਾਰਲੀਮੈਂਟ, ਪ੍ਰੋਵਿੰਸ਼ੀਅਲ ਪਾਰਲੀਮੈਂਟ ਬਰੈਂਪਟਨ ਈਸਟ ਤੋਂ, ਤੇ ਨਾਲ ਦੀ ਨਾਲ ਆਪਣੇ ਅਮਰਜੋਤ ਸੰਧੂ ਹੋਰੀ ਬਰੈਂਪਟਨ ਵੈਸਟ ਤੋਂ ਆਪਣੇ ਨਾਲ ਨੇ ਇਸ ਵੇਲੇ। ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ, ਥੈਂਕ ਯੂ ਵੈਰੀ ਮਚ। ਹਰਜਿੰਦਰ ਗਿੱਲ ਸ਼ੋਅ ਦੇ ਨਾਲ ਜੁੜੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਔਰ ਡੈਫੀਨੇਟਲੀ ਸਾਡੇ ਆਨਰੇਬਲ MPP ਸਾਹਿਬਾਨ ਇਸ ਵੇਲੇ ਔਨ ਏਅਰ ਆਪਸ ਦੇ ਵਿੱਚ ਡਿਸਕਸ ਕਰ ਰਹੇ ਨੇ ਜੋ ਬਜਟ ਆਇਆ ਬਰੈਂਪਟਨ ਈਸਟ ਤੋਂ। ਗੁਰਰਤਨ ਜੀ ਦਾ ਵੀ ਧੰਨਵਾਦ, ਔਰ ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਬਜਟ ਜਿਹੜਾ ਹੈ ਸਾਡੇ ਸਾਰੇ ਓਨਟਾਰੀਅਨਸ ਦੀ ਲਾਈਫ ਦੇ ਉੱਤੇ ਇੰਪੈਕਟ ਕਰਦਾ ਹੈ, ਕਿਸੇ ਨੂੰ ਵੱਧ ਕਿਸੇ ਨੂੰ ਘੱਟ। ਲੇਕਿਨ ਜੇ ਬਰੈਂਪਟਨ ਸ਼ਹਿਰ ਦੀ ਗੱਲ ਕਰੀਏ ਗਿੱਲ ਸਾਹਿਬ, ਤੇ ਡੈਫੀਨੇਟਲੀ ਜਿਹੜੀਆਂ ਬਰੈਂਪਟਨ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੇ, ਜੈਨੂਇਨ ਨੀਡਸ ਨੇ, ਉਹਨਾਂ ਉੱਤੇ ਕਿਸੇ ਵੀ ਸਰਕਾਰ ਨੇ ਜਿਹਨੂੰ ਕਹਿੰਦੇ ਪ੍ਰੋਪਰਲੀ ਟਾਈਮਲੀ ਐਗਜ਼ੀਕਿਊਸ਼ਨ ਨਹੀਂ ਕੀਤੀ। ਜੇ NDP ਦੀ ਗੱਲ ਹੀ ਕਰੀਏ, 2011 ਤੋਂ 14 ਤੱਕ ਮਾਈਨੋਰਿਟੀ ਲਿਬਰਲ ਸਰਕਾਰ ਨੂੰ NDP ਦੀ ਸਪੋਰਟ ਹੀ ਮਿਲੀ ਸੀ। ਉਸ ਵੇਲੇ ਵੀ ਜੇ NDP ਚਾਹੁੰਦੀ ਤੇ ਬਹੁਤ ਕੁਝ ਹੋ ਸਕਦਾ ਸੀਗਾ, ਚਾਹੇ ਇੰਸ਼ੋਰੈਂਸ ਦਾ ਮੁੱਦਾ ਲੈ ਲਓ, ਚਾਹੇ ਤੁਸੀਂ ਹਸਪੀਟਲ ਦਾ ਮੁੱਦਾ ਲੈ ਲਓ, ਜਾਂ ਹੋਰ ਜਿਹੜੇ ਮੁੱਦੇ ਲੈ ਲਓ। ਲੇਕਿਨ ਫਾਸਟ ਫਾਰਵਰਡ ਹੁਣ 2021 ਆ ਗਿਆ। ਜਿਸ ਤਰ੍ਹਾਂ ਅਮਰਜੋਤ ਸੰਧੂ ਜੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਹੜਾ ਪੀਲ ਮੈਮੋਰੀਅਲ ਨੂੰ ਰੀਡਿਵੈਲਪ ਕੀਤਾ ਜਾਏਗਾ, ਜਿਹਦੇ ਵਿੱਚ ਨਵਾਂ ਇਨਪੇਸ਼ੈਂਟ ਵਿੰਗ ਇੰਕਰੀਜ਼ ਕੀਤਾ ਜਾਏਗਾ। ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆਲਰੇਡੀ ਹੈਗੀ ਹੈ, ਕਿਉਂਕਿ ਲੇਕਿਨ ਸਿਰਫ ਵੇਟ ਕਰ ਰਹੇ ਨੇ ਕਿ ਕਦੋਂ ਪ੍ਰੀਮੀਅਰ ਡਗ ਫੋਰਡ ਹੋਣੀ ਬਰੈਂਪਟਨ ਆਉਣ ਔਰ ਖੁਦ ਲਾਈਮਲਾਈਟ ਦੇ ਵਿੱਚ ਆ ਕੇ ਇਹਦੀ ਅਨਾਊਂਸਮੈਂਟ ਕਰਨ। ਕਿਉਂਕਿ ਕੱਲ ਵੀ ਜਿਹੜੀ ਪੈਟਰਿਕ ਬਰਾਊਨ ਉਹਨਾਂ ਨੇ ਵੀ ਕੈਂਪੇਨ ਸਟਾਈਲ ਵੀਡੀਓ ਲਾਂਚ ਕੀਤਾ, ਆਈ ਥਿੰਕ ਉਹਨਾਂ ਕੋਲ ਵੀ ਜ਼ਿਆਦਾ ਡਿਟੇਲ ਮੌਜੂਦ ਨੇ। ਨੋ ਡਾਊਟ ਇਸ ਬਜਟ ਡਾਕੂਮੈਂਟ ਦੇ ਵਿੱਚ ਉਹਦਾ ਕੁਝ ਖੁਲਾਸਾ ਨਹੀਂ ਕੀਤਾ ਗਿਆ। ਜੇ ਕੀਤਾ ਹੁੰਦਾ ਤੇ ਇਟ ਵੁੱਡ ਹੈਵ ਕਲੀਅਰਡ ਲੋਟ ਆਫ ਏਅਰ ਕਿ ਕਿੰਨੇ ਬੈੱਡ ਹੋਣਗੇ, ਕਿੰਨਾ ਟਾਈਮਲਾਈਨ ਹੋਏਗਾ, ਸਾਰੀਆਂ ਚੀਜ਼ਾਂ ਲੋਕਾਂ ਦੀ ਐਂਗਜ਼ਾਇਟੀ ਨੂੰ ਦੂਰ ਕਰਨ ਲਈ ਬਹੁਤ ਬਹੁਤ ਜ਼ਰੂਰੀ ਨੇ। ਸੋ ਮੈਂ ਆ ਸਮਝਦਾ ਕਿ ਹੈਲਥ ਕੇਅਰ ਸਾਡੇ ਸਾਰਿਆਂ ਦੇ ਉੱਤੇ ਬੜਾ ਹੀ ਕਰੀਬੀ ਇੰਪੈਕਟ ਕਰ ਰਿਹਾ ਹੈ, ਇਰਰਿਸਪੈਕਟਿਵ ਆਫ ਪਾਰਟੀ ਲਾਈਨ, ਇਰਰਿਸਪੈਕਟਿਵ ਆਫ ਕਾਸਟ, ਕ੍ਰੀਡ, ਰਿਲੀਜਨ। ਔਰ ਖਾਸ ਕਰਕੇ ਬਰੈਂਪਟਨ ਜਿੱਥੇ ਆਲਰੇਡੀ ਹੈਲਥ ਐਮਰਜੈਂਸੀ ਡਿਕਲੇਅਰ ਹੋਈ ਹੈ ਕਾਉਂਸਲ ਨੇ 1.5 ਸਾਲ ਪਹਿਲਾਂ ਕੋਵਿਡ ਦੇ ਆਉਣ ਤੋਂ। ਆਈ ਥਿੰਕ ਦ ਟਾਈਮ ਇਜ਼ ਨਾਓ ਟੂ ਫੋਰਗੇਟ ਦ ਪੋਲੀਟੀਕਲ ਡਿਫਰੈਂਸਿਸ ਐਂਡ ਗੈਟ ਬਰੈਂਪਟਨ ਮੂਵਿੰਗ। ਜੀ ਸਰ। ਤੇ ਸਾਡੇ ਨਾਲ ਗੁਰਸ਼ਰਨ ਬੋਬੀ ਸਿੱਧੂ ਹੋਰੀ ਵੀ ਆ ਚੁੱਕੇ ਨੇ ਫੋਨ ਦੇ ਉੱਪਰ। ਆਪਾਂ 1 ਮਿੰਟ ਲਈ ਪਹਿਲਾਂ ਉਹਨਾਂ ਦੇ ਵੀ ਓਪਨਿੰਗ ਰਿਮਾਰਕਸ ਲੈ ਲੈਣੇ ਤੇ ਫਿਰ ਗੁਰਰਤਨ ਜੀ ਔਰ ਅਮਰਜੋਤ ਹੋਰਾਂ ਤੋਂ ਇਜਾਜ਼ਤ ਲਵਾਂਗੇ। ਬਾਬੂ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਵੇਲੇ ਸਰ ਆਪਣੇ ਨਾਲ ਗੁਰਰਤਨ ਜੀ ਤੇ ਅਮਰਜੋਤ ਹੋਰੀ ਵੀ ਫੋਨ ਲਾਈਨ ਦੇ ਉੱਪਰ ਹੋਲਡ ਤੇ ਨੇ, ਮਨਨ ਗੁਪਤਾ ਜੀ ਨਾਲ ਨੇ। ਤੇ ਕੁਝ ਮਿੰਟ ਤੋਂ ਸਾਡੀ ਗੱਲਬਾਤ ਚੱਲ ਰਹੀ ਸੀ ਜਿੱਥੇ ਗੁਰਰਤਨ ਹੋਰਾਂ ਨੇ ਆਪਣੇ ਕੰਸਰਨਸ ਰੇਜ਼ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਜਟ ਦੇ ਵਿੱਚ ਬੇਸ਼ੱਕ ਇਹ ਗੱਲ ਤਾਂ ਜ਼ਰੂਰ ਕਹਿ ਦਿੱਤੀ ਗਈ ਹੈ ਕਿ ਬਰੈਂਪਟਨ ਨੂੰ ਹਸਪੀਟਲ ਮਿਲ ਰਿਹਾ, ਪਰ ਉਹਦੀਆਂ ਸਪੈਸੀਫਿਕੇਸ਼ਨਸ, ਉਹਦੀਆਂ ਡਿਟੇਲਸ, ਉਹਦੇ ਬਜਟ ਨਾਲ ਰਿਲੇਟਡ, ਉਹਦੇ ਫੰਡਿੰਗ ਨਾਲ ਰਿਲੇਟਡ ਅਜੇ ਤੱਕ ਕੋਈ ਵੀ ਉਹ ਕਹਿੰਦੇ ਜੀ ਸਾਨੂੰ ਲਾਈਨ ਨਹੀਂ ਦਿਖੀ ਵਿੱਚ। ਤੁਸੀਂ ਕਿਵੇਂ ਅਬਜ਼ਰਵ ਕਰ ਰਹੇ ਹੋ ਬਾਬੂ ਜੀ? ਦੇਖੋ ਹਰਜਿੰਦਰ ਜੀ, ਮੈਂ ਮੰਨਦਾ ਹਾਂ ਕਿ ਜਿਹੜਾ ਇਹ ਹਸਪੀਟਲ ਫੰਡਿੰਗ ਦੀ ਗੱਲ ਆ,
ਉਹ ਇਕੱਲੇ ਬਰੈਂਪਟਨ ਦੇ ਹਸਪੀਟਲ ਦੀ ਨਹੀਂ, ਬਾਕੀ ਜਗ੍ਹਾ ਵੀ ਹੋਣੀ ਆ। ਸੋ ਉਹਨਾਂ ਨੇ ਇੱਕ ਸਮੂਹਿਕ ਤੌਰ ਤੇ ਇੱਕ ਅਮਾਊਂਟ ਦਿੱਤੀ ਆ ਕਿ ਇੰਨਾ ਪੈਸਾ ਹਸਪੀਟਲ ਫੰਡਿੰਗ ਵੱਲ ਐਲੋਕੇਟ ਕੀਤਾ ਜਾ ਰਿਹਾ ਆ। ਤੇ ਰਹੀ ਬਰੈਂਪਟਨ ਹਸਪੀਟਲ ਦੀ ਗੱਲ, ਮੈਂ ਖੁਦ ਕੱਲ ਤਾਂ ਦੇਖ ਰਿਹਾ ਕਿ ਕਾਫੀ ਇਹਦੇ ਬਾਰੇ ਚਰਚਾਵਾਂ ਚੱਲ ਰਹੀਆਂ ਆ, ਪਰ ਜਿੰਨੀ ਕੁ ਮੈਨੂੰ ਜਾਣਕਾਰੀ ਆ, ਜੋ ਮੈਂ ਦੇਖ ਰਿਹਾ ਆ, ਖਾਸ ਕਰਕੇ ਜਦੋਂ ਪ੍ਰੀਮੀਅਰ ਫੋਰਡ ਨੇ ਖੁਦ ਇਸ ਚੀਜ਼ ਨੂੰ ਕਲੀਅਰ ਕਰਨ ਵਾਸਤੇ ਟਵੀਟ ਕੀਤਾ ਆ, ਉਹਨਾਂ ਨੇ ਸਪੈਸੀਫਿਕਲੀ ਬਰੈਂਪਟਨ ਹਸਪੀਟਲ ਦੇ ਮੁਤਲਕ ਇੱਕ ਟਵੀਟ ਕੀਤਾ ਆ, ਜਿੱਥੇ ਉਹਨਾਂ ਨੇ ਇਹ ਭਰੋਸਾ ਦਿੱਤਾ ਆ ਕਿ ਬਰੈਂਪਟਨ ਜੋ ਇਹ ਹਸਪੀਟਲ ਹੈ, ਜਿਹੜੀ ਐਕਸਪੈਂਸ਼ਨ ਇਹਦੀ ਹੋਣੀ ਆ, ਇਹ ਇੱਕ ਪੂਰਾ ਕਿਸਮ ਦੇ ਫੰਕਸ਼ਨਿੰਗ ਫੁੱਲ ਟਾਈਮ ਹਸਪੀਟਲ ਹੋਏਗਾ। ਇਹ 'ਚ ਪ੍ਰੋਪਰ ਐਮਰਜੈਂਸੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜੋ ਅਰਜੈਂਟ ਕੇਅਰ ਕਲੀਨਿਕ ਹੈ ਜਿਹੜੀ 9 ਵਜੇ ਬੰਦ ਹੋ ਜਾਂਦੀ ਹੈ ਇਸ ਵੇਲੇ, ਇਹ 9 ਵਜੇ ਬੰਦ ਨਹੀਂ, ਉਹ ਜੋ ਪ੍ਰੋਪਰ ਐਮਰਜੈਂਸੀ ਕੇਅਰ 24 ਘੰਟੇ ਖੁੱਲੀ ਹੁੰਦੀ ਹੈ, 24 ਆਵਰਸ 7 ਦਿਨ, ਉਹ ਮੁਹੱਈਆ ਕਰਾਈ ਜਾਏਗੀ। ਤੇ ਉਹਨਾਂ ਨੇ ਸੋ ਆਪ ਜਦੋਂ ਟਵੀਟ ਕੀਤੀ ਆ ਤਾਂ ਮੈਨੂੰ ਲੱਗਦਾ ਆ ਕਿ ਸਰਕਾਰ ਇਸ ਪ੍ਰਤੀ ਕਾਫੀ ਸੰਜੀਦਾ ਲੱਗ ਰਹੀ ਆ। ਅਗਰ ਕੋਈ ਵਾਅਦਾ ਹੁੰਦਾ, ਜੇ ਐਵੇਂ ਕੋਈ ਲੋਲੀਪੌਪ ਟਾਈਪ ਗੱਲ ਹੁੰਦੀ, ਤਾਂ ਪ੍ਰੀਮੀਅਰ ਨੇ ਇੱਦੀ ਜਿਹਨਾਂ ਦੇ ਕਸ਼ਟ ਨਹੀਂ ਸੀ ਕਰਨਾ ਕਿ ਉਹ ਆਪ ਪਰਸਨਲ ਤੌਰ ਤੇ ਆ ਕੇ ਇੱਕ ਟਵੀਟ ਕਰਦੇ ਕਿ ਇੰਨੀ ਇੰਜ ਹੋਏਗਾ। ਕਿਉਂਕਿ ਸੋ ਮੇਰਾ ਮੰਨਣਾ ਇਹ ਹੈਗਾ ਆ ਕਿ ਡੈਫੀਨਿਟਲੀ ਆਉਣ ਵਾਲੇ ਦਿਨਾਂ ਵਿੱਚ ਪ੍ਰੀਮੀਅਰ ਆਉਣਗੇ ਤੇ ਹੋਰ ਵਿਸਥਾਰ ਵੀ ਦਿੱਤਾ ਜਾਵੇਗਾ, ਪਰ ਸਰਕਾਰ ਦੀ ਇਸ ਸੰਜੀਦਗੀ ਬਾਰੇ ਮੈਂ ਕੁਐਸਚਨ ਮਾਰਕ ਨਹੀਂ ਇਸ ਵੇਲੇ ਲਾਉਣਾ ਚਾਹੁੰਦਾ ਜਦੋਂ ਪ੍ਰੀਮੀਅਰ ਨੇ ਖੁਦ ਟਵੀਟ ਕਰ ਦਿੱਤਾ ਹੋਵੇ। ਸੋ ਮੈਂ ਇਸ ਬਾਰੇ ਕਾਫੀ ਆਸਵੰਦ ਹਾਂ ਕਿ ਇਹ ਜੋ ਹਸਪੀਟਲ ਹੈਗਾ ਇਹ ਡੈਫੀਨਿਟਲੀ ਬਣ ਜਾ ਰਿਹਾ ਹੈ। ਅੱਛਾ ਗੁਰਰਤਨ ਜੀ, ਵੈਸੇ ਤਾਂ ਇੱਕ ਪੁਆਇੰਟ ਤੇ ਜੇ ਗੱਲ ਕਰੀਏ ਤਾਂ ਤੁਹਾਡਾ ਧੰਨਵਾਦ ਕਰਨਾ ਇਸ ਗੱਲ ਲਈ ਵੀ ਬਣਦਾ ਹੈ ਕਿ ਤੁਸੀਂ ਇਸ ਗੱਲ ਨੂੰ ਮੇਕ ਸ਼ੋਰ ਕਰਨ ਲਈ, ਇਸ ਗੱਲ ਦੇ ਲਈ ਸਰਕਾਰ ਦੇ ਲਈ ਅਕਾਊਂਟੇਬਲ ਬਣਾਉਣ ਲਈ, ਉਹਨਾਂ ਨੂੰ ਜਵਾਬਦੇਹ ਬਣਾਉਣ ਲਈ ਜੋ ਇੱਕ ਰੋਲ ਹੋਣਾ ਚਾਹੀਦਾ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ, ਬਿਹਤਰ ਢੰਗ ਦੇ ਨਾਲ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹੋ। ਪਰ ਜਿਹੜੀਆਂ ਗੱਲਾਂ ਹੁਣ ਅਮਰਜੋਤ ਹੋਰਾਂ ਨੇ ਜਾਂ ਬੋਬੀ ਜੀ ਨੇ ਵੀ, ਜਾਂ ਮੈਂ ਵੀ ਗੱਲ ਕਰ ਰਿਹਾ ਸੀ, ਮੰਨਨ ਜੀ ਨੇ ਵੀ ਉਹੀ ਗੱਲ ਮੈਂਸ਼ਨ ਕੀਤੀ ਹੈ ਕਿ ਇਸ ਵੱਡੇ ਲੈਵਲ 'ਤੇ ਜਦੋਂ ਕੋਈ ਚੀਜ਼ ਐਡਵਰਟਾਈਜ਼ ਕੀਤੀ ਜਾ ਰਹੀ ਹੋਵੇ, ਪ੍ਰਚਾਰੀ ਜਾ ਰਹੀ ਹੋਵੇ, ਤਾਂ ਫਿਰ ਵੀ ਅਸੀਂ ਉਸ ਗੱਲ ਨੂੰ, ਜੇਕਰ ਅਸੀਂ ਕਹੀਏ ਕਿ ਇਹਦੇ 'ਤੇ ਸਾਨੂੰ ਡਾਊਟ ਹੈ, ਤਾਂ ਕਿਵੇਂ ਕਹੋਗੇ ਇਸ ਗੱਲ ਨੂੰ? ਬਿਲਕੁਲ ਨਹੀਂ, ਮੇਰੇ ਕੋਲ ਬਹੁਤ ਜ਼ਿਆਦਾ ਡਾਊਟ ਹੈ, ਕਿਉਂਕਿ ਇਹ ਬਜਟ ਰੀਜ਼ਨ ਹੈ। ਬਜਟ ਤਾਂ ਹੀ ਸਰਕਾਰ ਬਜਟ ਪੇਸ਼ ਕਰਦੇ ਆ ਕਿਉਂਕਿ ਦੇ ਸ਼ੋ देयर ਫੰਡਿੰਗ ਕਮਿਟਮੈਂਟ। ਤੇ ਪ੍ਰੀਮੀਅਰ ਸਾਹਿਬ ਜੋ ਕੁਝ ਉਹ ਚਾਹੁੰਦਾ ਉਹ ਟਵੀਟ ਕਰ ਸਕਦਾ, but that's one thing। ਇੱਕ ਚੀਜ਼ ਹੈਗਾ ਗੱਲ ਕਰਨੀ ਹੈ, ਇੱਕ ਹੋਰ ਗੱਲ ਆ ਇੱਕ ਚੀਜ਼ ਨੂੰ ਅਮਲ ਕਰਨੀ ਹੈ, and he has not shown this kind of commitment। ਮੈਂ ਇੱਕ ਹੋਰ ਗੱਲ ਵੀ ਕਰਨਾ ਚਾਹੁੰਦਾ ਕਿ ਸਾਰੇ ਯੂਨੀਵਰਸਿਟੀ ਦੇ ਬਾਰੇ ਗੱਲ ਕਰਦੇ। 2018 ਦੇ ਵਿੱਚ ਸਾਡੇ ਕੋਲ ਯੂਨੀਵਰਸਿਟੀ ਸੀਗਾ ਬਰੈਂਪਟਨ ਦੇ ਵਿੱਚ, ਤਿਆਰ ਸੀ, ਸ਼ਵਲਸ ਇਨ ਦ ਗਰਾਊਂਡ। ਉਹ ਹੁਣ ਉਹ ਯੂਨੀਵਰਸਿਟੀ ਨੂੰ ਕੈਂਸਲ ਕੀਤਾ ਸੀਗਾ, ਡਗ ਫੋਰਡ ਉਹ ਯੂਨੀਵਰਸਿਟੀ ਕੈਂਸਲ ਕੀਤਾ। ਹੁਣ ਸਾਨੂੰ ਕੀ ਦਿੱਤਾ? ਫੰਡਿੰਗ ਫੋਰ ਅ ਪ੍ਰਪੋਜ਼ਲ। So when you look at the track record of Doug Ford in Brampton, ਉਹ ਹਮੇਸ਼ਾ ਬਰੈਂਪਟਨ ਨੂੰ ਪਿੱਛੇ ਰੱਖਦੇ ਆ। ਸੋ ਜਦੋਂ ਮੈਂ ਸਬੂਤ ਦੇਖਦਾ ਬਜਟ, ਜਦੋਂ ਮੈਂ ਪ੍ਰੀਮੀਅਰ ਸਾਹਿਬ ਦਾ ਟਰੈਕ ਰਿਕਾਰਡ ਦੇਖਦਾ, ਜਦੋਂ ਯੂਨੀਵਰਸਿਟੀ ਕੈਂਸਲ ਕੀਤਾ, ਤੇ ਹੁਣ ਜੋ ਕੁਝ ਸਾਡੇ ਮੋਰੇ ਆ, I am not satisfied। ਤੇ we can trust the premier, people can listen to his tweets, I don't trust his tweets। ਮੈਂ ਬਜਟ ਨੂੰ ਦੇਖਦਾ, ਮੈਂ ਪੈਸੇ ਦੇ ਬਾਰੇ ਦੇਖਦਾ, ਤੇ ਮੈਂ ਕਮਿਟਮੈਂਟ ਦੇਖਦਾ। ਅਮਰਜੋਤ ਜੀ, ਹਾਂਜੀ ਮੈਂ ਸੌਰੀ ਮੈਂ ਅਮਰਜੋਤ ਹੋਰਾਂ ਦੇ ਕੋਲੋਂ ਇਸੇ ਪੁਆਇੰਟ ਤੇ ਕਮੈਂਟ ਲੈਣਾ। ਇੱਕ ਅਮਰਜੋਤ ਜੀ, ਗੱਲ ਵੈਸੇ ਜੇ ਗੁਰਰਤਨ ਹੋਰਾਂ ਵੱਲ ਨੋਟ ਕੀਤਾ ਜਾਵੇ, ਇਹਨਾਂ ਦੀ ਗੱਲ ਦਾ ਵੀ ਵਜਨ ਤਾਂ ਹੈ ਨਾ ਜੀ। ਉਹ ਆਪਣੇ ਆਪ 'ਚ ਕਹਿੰਦੇ ਵੀ ਇਸ ਤਰ੍ਹਾਂ ਟਰੈਕ ਰੈਕਡ ਕਿਤੇ ਨਾ ਕਿਤੇ ਜਦੋਂ ਆਪਾਂ ਦੇਖਦੇ ਹਾਂ ਪਿਛਲੇ ਸਮੇਂ 'ਚ ਵੀ ਇਸ ਤਰ੍ਹਾਂ ਹੋਇਆ ਕਿ ਅਨਾਊਂਸਮੈਂਟਸ ਤਾਂ ਬਹੁਤ ਹੋਈਆਂ ਨੇ, ਪਰ ਕੀ ਉਹ ਪ੍ਰੈਕਟੀਕਲੀ ਸਾਡੇ ਸਾਹਮਣੇ ਆਈਆਂ ਨੇ ਇਸ ਤਰ੍ਹਾਂ? ਹਰਜਿੰਦਰ ਭਾਜੀ, ਇੱਕ ਅਨਾਊਂਸਮੈਂਟ ਹੁੰਦੀ ਹੈ ਜਿਹੜੀ ਬਿਲਕੁਲ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਕਰਨੀ, ਜਿੱਦਾਂ ਲਿਬਰਲ ਗਵਰਨਮੈਂਟ ਨੇ ਕੀਤੀ ਸੀ ਕਿ ਬਰੈਂਪਟਨ ਦੇ ਵਿੱਚ ਯੂਨੀਵਰਸਿਟੀ ਬਣ ਜਾ ਰਹੀ ਆ। ਤੁਸੀਂ ਈਵਨ ਸਿਟੀ ਆਫ ਬਰੈਂਪਟਨ ਨਾਲ ਗੱਲ ਕਰਕੇ ਦੇਖ ਲਓ, ਤੁਸੀਂ ਰਾਇਟਸਨ ਯੂਨੀਵਰਸਿਟੀ ਨਾਲ ਗੱਲ ਕਰਕੇ ਦੇਖ ਲਓ। ਸਾਡੀਆਂ, ਮੇਰੀਆਂ ਤੇ ਪ੍ਰਭਮੀਤ ਦੀਆਂ ਕਾਫੀ ਮੀਟਿੰਗਸ ਹੋਈਆਂ ਬਾਅਦ ਵਿੱਚ। ਜਦੋਂ ਅਸੀਂ ਨਵੇਂ ਇਲੈਕਟ ਹੋਏ ਸੀ, ਸਾਨੂੰ ਵੀ ਚਾਹੀਦਾ ਸੀ ਕਿ ਯੂਨੀਵਰਸਿਟੀ ਕੈਂਸਲ ਨਾ ਹੋਵੇ, ਬਣੇ ਦੁਬਾਰਾ, ਰਾਈਟ। ਬਟ ਜਦੋਂ ਸਾਡੀ ਉਹਨਾਂ ਨਾਲ ਮੀਟਿੰਗ ਹੋਈ, ਅਸੀਂ ਵੀ ਵਰ ਸ਼ੌਕਡ ਕਿ ਜਿਹੜੀ ਕੋਈ ਫੰਡਿੰਗ ਪ੍ਰਪੋਜ਼ਲ ਕੁਛ ਨਹੀਂ ਹੈਗਾ ਸੀ, ਇੱਕ ਫੇਕ ਅਨਾਊਂਸਮੈਂਟ। ਬਸ ਉਹ ਕਹਿਤਾ ਕਿ ਇੱਥੇ ਜੀ ਕੈਂਪਸ ਬਣੂਗਾ, ਕੋਈ ਉਹਦੀ ਐਲੋਕੇਸ਼ਨ ਨਹੀਂ ਫੰਡਿੰਗ ਦੀ ਹੋਈ, ਕੋਈ ਪ੍ਰਪੋਜ਼ਲ ਨਹੀਂ ਸਬਮਿਟ ਕੀਤਾ ਗਿਆ। ਸੋ ਬਸ ਇੱਕ ਫੇਕ ਜਿਹੜੀ ਅਨਾਊਂਸਮੈਂਟ, ਜਿਹੜੀ ਕਹਿ ਲਓ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਧੂੰਆਂ ਪਾਉਣ ਵਾਲੀ ਗੱਲ ਹੈਗੀ ਹੈ ਕਿ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਤੁਸੀਂ ਉਹ ਚੀਜ਼ ਦੀ ਅਨਾਊਂਸਮੈਂਟ ਕਰ ਦਿਓ। ਪ੍ਰੀਮੀਅਰ ਨੇ ਪਹਿਲਾਂ ਹੀ ਚੀਜ਼ ਕਲੀਅਰ ਕਰਤੀ ਸੀ ਇਲੈਕਟ ਹੋਣ ਤੋਂ ਪਹਿਲਾਂ ਹੀ ਕਿ ਜਿਹੜੇ ਇਲੈਕਸ਼ਨ ਪ੍ਰੋਮਿਸਿਸ ਲਿਬਰਲ ਇਸ ਵੇਲੇ ਮੇਕ ਕਰ ਰਹੇ ਆ,
ਉਹ ਅਸੀਂ ਪੂਰੇ ਨਹੀਂ ਕਰਨੇ, ਕਿਉਂਕਿ ਲਿਬਰਲ ਨੂੰ ਪਤਾ ਸੀ ਕਿ ਸਾਡਾ ਜਿਹੜਾ ਕਹਿ ਲਓ ਕਿ ਸਾਡੇ ਹੁਣ ਜਿੱਤਣਾ ਜਿਹੜਾ ਮੁਸ਼ਕਿਲ ਆ। ਸੋ ਲਿਬਰਲ ਨੇ ਕਈ ਵਾਰ ਤੁਸੀਂ ਇਹੋ ਜਿਹੇ ਪ੍ਰੋਮਿਸ ਕਰ ਜਾਂਦੇ ਜਿਹੜੇ ਤੁਹਾਨੂੰ ਆਪਣੇ ਪੂਰੇ ਕਰਨੇ ਮੁਸ਼ਕਿਲ ਹੋ ਜਾਂਦੇ ਆ। ਸੋ ਪ੍ਰੀਮੀਅਰ ਨੇ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਵੀ ਇਲੈਕਸ਼ਨ ਪ੍ਰੋਮਿਸ ਹੋਣਗੇ ਅਸੀਂ ਉਹ ਪੂਰੇ ਨਹੀਂ ਕਰਨੇ, ਬਟ ਡੈਫੀਨੇਟਲੀ ਜੇ ਕੋਈ ਪ੍ਰਪੋਜ਼ਲ ਵਧੀਆ ਆਊਗਾ, ਯੂਨੀਵਰਸਿਟੀ ਦਾ ਪ੍ਰਪੋਜ਼ਲ, ਸਾਡੀ ਬਰੈਂਪਟਨ ਯੂ ਦਾ ਜਿਹੜਾ ਪ੍ਰਪੋਜ਼ਲ ਦੇ ਰਹੇ ਆ ਸਿਟੀ ਆਫ ਬਰੈਂਪਟਨ ਵਾਲੇ, ਸਾਡੀ ਮੇਅਰ ਬਰਾਊਨ ਨਾਲ ਹਮੇਸ਼ਾ ਮੀਟਿੰਗ ਹੁੰਦੀ ਆ। ਜੇ ਪ੍ਰਪੋਜ਼ਲ ਜਿਹੜਾ ਫਾਈਨਲ ਸਬਮਿਟ ਨਹੀਂ ਹੋਇਆ, ਜਦੋਂ ਫਾਈਨਲ ਪ੍ਰਪੋਜ਼ਲ ਸਬਮਿਟ ਹੋਊਗਾ ਸਾਡੀ ਕੋਸ਼ਿਸ਼ ਹੋਊਗੀ, ਮੇਰੀ ਤੇ ਪ੍ਰਾਮਿਸ ਸਰਕਾਰੀਆ ਦੀ, ਕਿ ਉਹ ਪ੍ਰਪੋਜ਼ਲ ਨੂੰ ਵੀ ਹਕੀਕਤ ਬਣਾਇਆ ਜਾਵੇ। ਨਾਲ ਦੀ ਨਾਲ ਜਿੱਦਾਂ ਹਸਪੀਟਲ ਦੀ ਆਪਾਂ ਗੱਲ ਕੀਤੀ ਆ, ਇਹ ਵੀ ਇੱਕ ਇਲੈਕਸ਼ਨ ਵਾਲਾ ਪ੍ਰੋਮਿਸ ਨਹੀਂ ਹੈਗਾ ਜੀ ਹਰਜਿੰਦਰ ਭਾਜੀ। ਇਲੈਕਸ਼ਨ ਅਜੇ 1.5 ਸਾਲ ਪਿਆ ਵਾ, 1.25 ਸਾਲ। ਇਹ ਪਹਿਲਾਂ ਹੀ ਤਾਂ ਹੀ ਅਸੀਂ ਪ੍ਰੀਮੀਅਰ ਨੂੰ ਇਹ ਚੀਜ਼ ਕਹੀ ਸੀ ਕਿ ਸਾਨੂੰ ਇਲੈਕਸ਼ਨ ਦੇ ਵਿੱਚ ਨਹੀਂ ਚਾਹੀਦਾ। ਕਈ ਵਾਰ ਲੋਕੀ ਜਿੱਦਾਂ ਪੁਰਾਣੀ ਗਵਰਨਮੈਂਟਸ ਦੇਖੀਆਂ ਲੋਕਾਂ ਨੇ ਕਿ ਇਹਦੀ ਫੇਕ ਪ੍ਰੋਮਿਸ ਹੈਗਾ ਵਾ, ਕਿਉਂਕਿ ਸਾਨੂੰ ਪਹਿਲਾਂ ਚਾਹੀਦਾ। ਤੇ ਪ੍ਰੀਮੀਅਰ ਨੇ ਸਾਡੀ ਗੱਲ ਨੂੰ ਮੰਨਦੇ ਆ। ਪ੍ਰੀਮੀਅਰ ਹਮੇਸ਼ਾ ਇਹ ਚੀਜ਼ ਐਡਮਿਟ ਕਰਦੇ ਸੀ, ਇਹ ਨਹੀਂ ਕਿ ਪ੍ਰੀਮੀਅਰ ਨੇ ਐਡਮਿਟ ਨਹੀਂ ਕੀਤਾ। ਪ੍ਰੀਮੀਅਰ ਹਮੇਸ਼ਾ ਕਹਿੰਦੇ ਸੀ ਕਿ ਬਰੈਂਪਟਨ ਨੂੰ ਲੋੜ ਹੈਗੀ ਆ। ਜਦੋਂ ਵੀ ਸਾਡੀ ਮੀਟਿੰਗ ਹੁੰਦੀ ਸੀ, ਪ੍ਰੀਮੀਅਰ ਇਜ਼ ਵੈਰੀ ਹੰਬਲ ਪਰਸਨ, ਵੈਰੀ ਡਾਊਨ ਟੂ ਅਰਥ ਪਰਸਨ। ਹਮੇਸ਼ਾ ਸਾਨੂੰ ਉਹਨਾਂ ਨੇ ਇਕੱਲੇ ਟਾਈਮ ਦਿੱਤਾ ਬਰੈਂਪਟਨ ਦੇ ਇਸ਼ੂਜ਼ ਨੂੰ ਲੈ ਕੇ। ਅਸੀਂ ਹਮੇਸ਼ਾ ਇਸ਼ੂਜ਼ ਜਿਹੜੇ ਰੇਸ ਕਰਦੇ ਹਾਂ। ਸੋ ਜਿਹੜਾ ਰੇਸ ਕਰਨ ਦਾ ਇਸ਼ੂਜ਼ ਉਹੀ ਜੀ ਨਤੀਜਾ ਵਾ ਕਿ ਜਿਹੜਾ ਆਪਣੀ ਕੱਲ ਅਨਾਊਂਸਮੈਂਟ ਹੋਈ ਹੈ। ਮੇਰੇ ਨਾਲ ਗੁਰਪ੍ਰੀਤ ਖਹਿਰਾ ਹੋਰੀ ਵੀ ਸਟੂਡੀਓ 'ਚ ਨੇ ਸਾਡੇ ਅਗਲੇ ਪੈਨਲਿਸਟ ਦੇ ਤੌਰ 'ਤੇ। ਇਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਤੇ ਮੈਂ ਕਿਹਾ ਜੀ ਇਹਨਾਂ ਦੇ ਵੀ ਥਾਟ ਲੈਣੇ ਆ ਥੋੜ੍ਹਾ ਜਿਹਾ। ਗੁਰਪ੍ਰੀਤ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਆਪਾਂ ਅਗਲੇ ਵਿਦਨ 5 ਮਿੰਟਸ ਅਸੀਂ ਵਾਈਂਡ ਅਪ ਕਰ ਰਹੇ ਹਾਂ ਜੀ ਸਾਰਾ ਕੁਝ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਹਰਜਿੰਦਰ, ਧੰਨਵਾਦ ਜੀ। ਜੀ ਸੋ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ ਨੂੰ, ਜਿਹਦੇ ਵਿੱਚ ਗੁਰਰਤਨ ਹੋਰੀ, ਅਮਰਜੋਤ ਸੰਧੂ, ਮਨਨ ਜੀ ਔਰ ਬੌਬੀ ਸਿੱਧੂ ਸਾਹਿਬ ਵੀ ਨਾਲ ਨੇ। ਤੁਸੀਂ ਕੀ ਸੋਚਦੇ ਹੋ? ਐਕਚੁਅਲੀ ਜਿਹੜਾ ਤਰਕ ਹੈ, ਹਾਂਜੀ, ਉਹ ਜਿਹੜਾ ਅਮਰਜੋਤ ਨੇ ਦਿੱਤਾ ਹੈ, ਉਹ ਸੈਲਫ ਡਿਸਟਰਕਟਿਵ ਹੈਗਾ। ਉਹ ਸੈਲਫ ਡਿਸਟਰਕਟਿਵ ਕਿਵੇਂ ਹੈ? ਇੱਕ ਪਾਸੇ ਤਾਂ ਇਹ ਆਖਿਆ ਹੈ ਕਿ ਜਿਹੜੀ ਅਨਾਊਂਸਮੈਂਟ ਕੀਤੀ ਗਈ ਯੂਨੀਵਰਸਿਟੀ ਬਾਰੇ, ਉਹ 'ਚ ਕੋਈ ਫੰਡਿੰਗ ਕਮਿਟਮੈਂਟ ਨਹੀਂ ਸੀ। ਉਹੀ ਗੱਲ ਗੁਰਰਤਨ ਨੇ ਆਖੀ ਹੈ ਹੁਣ ਕਿ ਇਹਦੇ ਵਿੱਚ ਵੀ ਕੋਈ ਫੰਡਿੰਗ ਕਮਿਟਮੈਂਟ ਨਹੀਂ ਹੈਗੀ। ਜਿਹੜਾ ਹਸਪੀਟਲ ਦੀ ਗੱਲ ਹੈ, ਸੋ ਉਹਦੇ ਕੋਈ ਫਿਗਰ ਨਹੀਂ ਲਿਖਿਆ, ਕੋਈ ਡਾਲਰ ਫਿਗਰ ਨਹੀਂ ਲਿਖਿਆ। ਸੋ ਨਾ ਇਹ ਡਾਲਰ ਫਿਗਰ ਯੂਨੀਵਰਸਿਟੀ ਵੇਲੇ ਲਿਖਿਆ ਸੀ, ਉਹਨੂੰ ਕੈਂਸਲ ਕਰਤਾ, ਤੇ ਨਾ ਇਹ ਡਾਲਰ ਫਿਗਰ ਕੋਈ ਹੁਣ ਹਸਪੀਟਲ ਵੇਲੇ ਲਿਖਿਆ। ਸੋ ਜੇ ਆਪਾਂ ਇਹ ਕਹਿੰਦੇ ਆ ਕਿ ਉਦੋਂ ਕੋਈ ਡਾਲਰ ਫਿਗਰ ਨਹੀਂ ਸੀਗਾ, ਇਸ ਕਰਕੇ ਅਸੀਂ ਉਹ ਪ੍ਰੋਮਿਸ ਪੂਰਾ ਨਹੀਂ ਕੀਤਾ। ਸੋ ਸੇਮ ਥਿੰਗ ਹੈ, ਡਾਲਰ ਪ੍ਰੋਮਿਸ ਇਸ ਵੇਲੇ ਵੀ ਕੋਈ ਨਹੀਂ ਹੈਗਾ। ਸੋ ਇਹਨੂੰ ਕਿਵੇਂ ਟਰੈਕ ਰੈਕਡ ਨੂੰ ਕਿਵੇਂ ਸਹੀ ਸਮਝਿਆ ਜਾਵੇ ਜੇ ਪਿੱਛੇ ਨੂੰ ਦੇਖ ਕੇ, ਕਿ ਜੇ ਉਤੋਂ ਡਾਲਰ ਕਮਿਟਮੈਂਟ ਨਹੀਂ ਸੀ ਤੇ ਇੱਥੇ ਵੀ ਡਾਲਰ ਕਮਿਟਮੈਂਟ ਨਹੀਂ ਹੈ। ਸੋ ਇਟਸ ਸਟੇਟਸ ਕੋ, ਗੱਲ ਉੱਥੇ ਦੀ ਉੱਥੇ ਹੀ ਖੜੀ ਹੈਗੀ ਹੈ। ਤੇ ਦੂਜੀ ਗੱਲ ਯੂਨੀਵਰਸਿਟੀ ਦੇ ਨਾਲ ਮੈਡੀਕਲ ਸਕੂਲ ਦੀ ਵੀ ਆ ਗਈ ਜੀ। ਜੇ ਯੂਨੀਵਰਸਿਟੀ ਨਹੀਂ ਹੈਗੀ ਤਾਂ ਮੈਂ ਮੈਡੀਕਲ ਸਕੂਲ ਕਿੱਥੋਂ ਹੋਣਾ ਹੈਗਾ? ਪਹਿਲਾਂ ਯੂਨੀਵਰਸਿਟੀ ਆਊਗੀ ਤਾਂ ਹੀ ਮੈਡੀਕਲ ਸਕੂਲ ਹੋ ਸਕੂਗਾ ਨਾ ਜੀ। ਸੋ ਉਹਦੇ ਲਈ ਵੀ ਕੋਈ ਫੰਡਿੰਗ ਕਮਿਟਮੈਂਟ ਨਹੀਂ ਹੈਗੀ। ਸੋ ਜਿੰਨਾ ਚਿਰ ਕੋਈ ਰੀਅਲ ਡਾਲਰ ਵੈਲਿਊ ਨਹੀਂ ਦਿਖੂਗਾ, ਮੈਂ ਐਜ਼ ਅ ਬ੍ਰੈਂਪਟੋਨੀਅਨ ਨਹੀਂ ਬਿਲੀਵ ਕਰੂੰਗਾ ਜੀ। ਬਾਬਾ ਜੀ, ਤੁਸੀਂ ਕਿਹਾ ਸੀ ਕਿ ਤੁਹਾਨੂੰ ਡਾਊਟ ਨਹੀਂ ਹੈ ਡਗ ਫੋਰਡ ਹੋਰਾਂ ਦੀ ਉਸ ਸਟੇਟਮੈਂਟ ਦੇ ਉੱਪਰ, ਜਿਹਦੇ ਵਿੱਚ ਉਹਨਾਂ ਨੇ ਫੰਡਿੰਗ ਦੇ ਲਈ ਕੋਈ ਸਪੈਸੀਫਿਕ ਨੰਬਰ ਨਹੀਂ ਵੀ ਦਿੱਤਾ, ਪਰ ਪ੍ਰੋਮਿਸ ਕਰਤਾ। ਮੈਂ ਪਹਿਲਾਂ ਤਾਂ ਹਰਜਿੰਦਰ ਜੀ ਦੇਖੋ, ਇੱਕ ਗੱਲ ਕਲੈਰਿਟੀ ਵਾਸਤੇ ਕਹਿਣੀ ਚਾਹੁੰਦਾ ਆ। ਬਜਟ ਦੇ ਵਿੱਚ ਐਲੋਕੇਸ਼ਨ ਹਸਪੀਟਲ ਫੰਡਿੰਗ ਲਈ 1.8 ਬਿਲੀਅਨ ਦੀ ਹੈਗੀ ਆ। ਸੋ ਇਹ ਕਹਿ ਦੇਣਾ ਕਿ ਫੰਡਿੰਗ ਦੀ ਗੱਲ ਨਹੀਂ ਹੋਈ, ਉਹ ਝੂਠ ਹੋਏਗਾ। ਬਕਾਇਦਾ ਬਜਟ ਦੇ ਵਿੱਚ 1.2 ਬਿਲੀਅਨ ਹਸਪੀਟਲ ਫੰਡਿੰਗ ਲਈ ਆ, 650 ਲੌਂਗ ਟਰਮ ਕੇਅਰ ਵਾਸਤੇ ਆ। ਪਰ ਉਹ 1.2 ਬਿਲੀਅਨ ਦੀ ਗਾਂ ਕਿਵੇਂ ਐਲੋਕੇਸ਼ਨ ਹੋਣੀ, ਉਹਦੇ ਬਾਰੇ ਗੱਲ ਨਹੀਂ। ਪਰ ਪੈਸਾ ਬਜਟ ਦੇ ਵਿੱਚ ਹਸਪੀਟਲ ਫੰਡਿੰਗ ਲਈ ਰਾਖਵਾਂ ਕੀਤਾ ਗਿਆ ਆ। ਦੂਜੀ ਗੱਲ, ਯੂਨੀਵਰਸਿਟੀ ਬਣਨ ਦੇ ਨਾਲ ਮੈਡੀਕਲ ਕਾਲਜ ਦਾ ਕੋਈ ਸਿੱਧੀ ਗੱਲ ਨਹੀਂ ਹੈਗੀ। ਰਾਇਰਸਨ ਯੂਨੀਵਰਸਿਟੀ ਨੇ ਆਪਣਾ ਕੈਂਪਸ ਬਣਾਉਣਾ ਆ। ਬਹੁਤ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਮਲਟੀਪਲ ਕੈਂਪਸਿਸ ਹੁੰਦੇ ਆ। ਜੇਕਰ ਉਹਨਾਂ ਦਾ ਆਪਾਂ ਤੁਸੀਂ ਦੇਖ ਲਓ ਕਿ ਕੈਂਪਸ ਇੱਕ ਕਈ ਟੋਰਾਂਟੋ 'ਚ ਵੀ ਆ ਤੇ ਹੋਰ ਜਗ੍ਹਾ ਵੀ ਹੈ ਕਿ ਮਿਸਾਗਾ, ਸਕਾਰਪਰੋ ਵੀ ਹੈਗੇ ਆ। ਜਿਹੜਾ ਪ੍ਰਪੋਜ਼ਲ ਹੈਗਾ ਆ, ਉਹ ਰਾਇਰਸਨ ਯੂਨੀਵਰਸਿਟੀ ਦਾ ਕੈਂਪਸ, ਉਹਦਾ ਜਿਹੜਾ ਹੋਏਗਾ ਮੈਡੀਕਲ ਸਕੂਲ, ਉਹ ਬਣਨਾ ਆ। ਸੋ ਉਹਦੇ ਲਈ ਸਾਨੂੰ ਇੱਕ ਫੁੱਲ ਯੂਨੀਵਰਸਿਟੀ ਦੀ ਲੋੜ ਨਹੀਂ। ਵੀ ਆਰ ਟਾਕਿੰਗ ਅਬਾਊਟ ਕੈਂਪਸ ਆਫ ਰਾਇਰਸਨ, ਜਿਹੜਾ ਕਿ ਸਿਰਫ ਇੱਕ ਮੈਡੀਕਲ ਸਕੂਲ ਜਿਹੜਾ ਬਣਨਾ ਰਾਇਰਸਨ ਦਾ ਬਣਨਾ ਆ। ਸੋ ਇਹ ਗੱਲਾਂ ਸਪਸ਼ਟੀਕਰਨ ਵਾਸਤੇ ਮੈਂ ਕਹਿਣੀਆਂ ਚਾਹੁੰਦਾ ਆ। ਸੋ ਐਲੋਕੇਸ਼ਨ ਮਨੀ ਦੀ ਹੈਗੀ ਆ 1.2 ਬਿਲੀਅਨ, ਜਿਹੜੀ ਇਸ ਵੇਲੇ ਗੱਲ ਹੋਈ ਆ, ਗਾਂ ਆਉਣ ਵਾਲੇ ਸਾਲਾਂ 'ਚ। ਪਰ ਹੁਣ ਇਹ ਗੱਲ ਹੈਗੀ ਆ ਕਿ ਉਹ 1.2 ਬਿਲੀਅਨ ਦੀ ਐਲੋਕੇਸ਼ਨ, ਕਿਉਂਕਿ ਮਿਸੀਸਾਗਾ ਹਸਪੀਟਲ ਵੀ, ਬਰੈਂਪਟਨ ਕਈ ਗੱਲ ਹੋਈ ਆ, ਉਹ ਸਪੈਸੀਫਿਕ ਕਿਹੜਾ ਕਿੱਥੇ ਕਿੰਨਾ ਦਿੱਤਾ ਜਾਣਾ ਉਹਦੀ ਕਲੈਰਿਟੀ ਨਹੀਂ ਹੈਗੀ। ਪਰ ਕਿਉਂਕਿ 1.2 ਬਿਲੀਅਨ ਰਾਖਵਾਂ ਕੀਤਾ ਹੋਇਆ ਹਸਪੀਟਲ ਫੰਡਿੰਗ ਵਾਸਤੇ, ਮੈਂ ਇਹ ਦੇਖਣਾ ਚਾਹੁੰਦਾ ਆ ਗਾਂ ਜੋ ਪ੍ਰੀਮੀਅਰ ਨੇ ਆਉਣਾ ਆ, ਉਹ ਜੋ ਐਲਾਨ ਕਰਨਗੇ ਕਿ 1.2 ਬਿਲੀਅਨ ਦਾ ਕਿਹੜਾ ਹਿੱਸਾ ਜਾਂ ਕਿਵੇਂ
ਇਹ ਬਰੈਂਪਟਨ ਨੂੰ ਦਿੱਤਾ ਜਾਣਾ ਆ। ਸੋ ਉਹ ਜਦੋਂ ਆਉਣਗੇ ਅਨਾਊਂਸਮੈਂਟ ਕਰਨਗੇ, ਪਰ ਹਸਪੀਟਲ ਫੰਡਿੰਗ ਲਈ ਪੈਸਾ ਰਾਖਵਾਂ ਜ਼ਰੂਰ ਹੈਗਾ ਆ। ਠੀਕ ਹੈ, ਹਾਂਜੀ ਗੁਰਪ੍ਰੀਤ। ਸਟੱਡੀ ਹੈਗੀ ਆ, ਉਹ ਮੈਂ ਫਿਰ ਕਹਿ ਦਿੰਦਾ ਆ ਕਿ ਉਹ ਸਟੱਡੀ ਕਹਿੰਦੇ ਨੇ ਮੈਡੀਕਲ ਸਕੂਲ ਦੀ ਹੈਗੀ ਆ, ਉਹਦੇ ਲਈ ਤੁਹਾਨੂੰ ਫੁੱਲ ਫਲੈਜ ਯੂਨੀਵਰਸਿਟੀ ਦੀ ਲੋੜ ਨਹੀਂ। ਦੇ ਜਸਟ ਟਾਕਿੰਗ ਅਬਾਊਟ ਇਟ। ਠੀਕ ਹੈ, ਮੈਂ ਗੁਰਰਤਨ ਹੋਰਾਂ ਕੋਲ ਵੀ ਆਉਣਾ ਤੇ ਫਿਰ ਅਮਰਜੋਤ ਤੋਂ ਵੀ ਕਮੈਂਟ ਲੈਣੇ ਆ, ਪਰ ਗੁਰਪ੍ਰੀਤ ਹੋਰੀ ਐਡ ਕਰਨ ਲੱਗੇ ਨੇ ਕੁਝ। ਹਾਂਜੀ ਬਿਲਕੁਲ ਜੀ, ਮੈਂ ਵੀ ਇਹੀ ਜੋ ਬੌਬੀ ਜੀ ਨੇ ਗੱਲ ਆਖੀ ਹੈ, ਹਾਂਜੀ, ਇਹ ਜਿੰਨਾ ਚਿਰ ਮੈਨੂੰ ਬਰੈਂਪਟਨ ਹਸਪੀਟਲ ਦੇ ਲਾਈਨ ਦੇ ਅੱਗੇ ਡਾਲਰ ਨਹੀਂ ਦਿਖੂਗਾ, ਉਹਨਾਂ ਚਿਰ 1.2 ਤਾਂ ਇੱਕ ਵੱਡਾ ਫਿਗਰ ਹੈ। ਸੋ 1.2 ਚੋਂ ਮੰਨ ਲਓ $1 ਦੇਤਾ ਜੀ, ਤੇ $1 ਤਾਂ ਕੁਝ ਵੀ ਨਹੀਂ ਨਾ ਬਣਨਾ। ਸੋ ਜਿੰਨਾ ਚਿਰ ਉਹ ਫਿਗਰ ਨਹੀਂ ਦਿਖਣ ਲੱਗਦੀ, ਉਹਨਾਂ ਚਿਰ ਪਿੱਛੇ ਵੀ ਫਾਲਸ ਪ੍ਰੋਮਿਸਿਸ ਦਿਖਦੇ ਰਹੇ ਨੇ ਜੀ। ਠੀਕ ਹੈ, ਤੇ ਇੱਕ ਹੋਰ ਫਾਲਸ ਪ੍ਰੋਮਿਸ ਵੀ ਹੋ ਸਕਦਾ। ਹਾਂ, ਜੇ $1 ਫਿਗਰ ਦੇ ਕੇ ਇੱਕ ਕਮਿਟਡ ਆਪਾਂ ਨੂੰ ਟਾਈਮ ਲਾਈਨ ਮਿਲਦੀ ਹੈ, ਹਾਂਜੀ, ਫਿਰ ਮੈਂ ਬਿਲਕੁਲ ਬਿਲੀਵ ਕਰੂੰਗਾ। ਅਮਰਜੋਤ ਤੁਸੀਂ ਕਮੈਂਟ ਕਰਨਾ ਚਾਹੋ ਪਹਿਲਾਂ ਤਾਂ, ਫਿਰ ਮੈਂ ਗੁਰਰਤਨ ਹੋਰਾਂ ਕੋਲ ਵੀ ਚੱਲਦਾ। ਹਾਂਜੀ ਭਾਜੀ, ਮੈਂ ਤਾਂ ਪਹਿਲਾਂ ਬੌਬੀ ਭਾਈ ਨੇ ਜਿਹੜਾ ਚੀਜ਼ ਕੀਤੀ, ਮੈਂ ਬਿਲਕੁਲ ਐਗਰੀ ਕਰਦਾ ਉਹਦੇ ਨਾਲ ਦੀ ਕਿ ਦੇਖੋ ਜਿਹੜੀ ਫੰਡਿੰਗ ਆ, ਜਿਹੜੀ 1.2 ਬਿਲੀਅਨ ਕੀਤੀ, ਨਾਲ ਦੀ ਨਾਲ 30 ਬਿਲੀਅਨ ਜਿਹੜਾ 10 ਸਾਲ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਸਪੈਂਡ ਕਰਨਾ ਹਸਪੀਟਲਸ ਦੇ ਵਿੱਚ। ਜਿੱਦਾਂ ਮੈਂਸ਼ਨ ਕੀਤਾ ਸੀ ਪਹਿਲਾਂ ਕਿ ਉਹਦੇ ਵਿੱਚ ਨਵੇਂ ਹਸਪੀਟਲ ਵੀ ਬਣਨਗੇ, ਰੀਡਿਵੈਲਪਮੈਂਟ ਹੀ ਹੋਊਗੀ, ਜਿਹੜੀ ਆ ਐਕਸਪੈਂਸ਼ਨ ਕੀਤੀ ਜਾਊਗੀ ਹਸਪੀਟਲਸ ਦੀ। ਉਹਦੇ ਵਿੱਚ ਜਿਹੜਾ ਮੈਂ ਦੱਸਿਆ ਕਿ ਬਿਲਕੁਲ ਜਿਹੜੀ ਹੈਗੀ ਆ ਡੀਟੇਲਸ ਜਿਹੜੀਆਂ ਹੁੰਦੀਆਂ, ਕਈ ਵਾਰੀ ਗਵਰਨਮੈਂਟ ਜਿਹੜੀ ਆ ਬਜਟ ਅਨਾਊਂਸ ਕਰਨ ਤੋਂ ਬਾਅਦ ਜਿਹੜੀਆਂ ਡੀਟੇਲਸ ਹੌਲੀ ਹੌਲੀ ਰੋਲ ਆਊਟ ਹੁੰਦੀਆਂ ਨੇ ਕਿ ਇੰਨੀ ਫੰਡਿੰਗ ਆ ਦੇ ਵਿੱਚ ਸੈਕਟਰ ਦੇ ਵਿੱਚ ਦੇਤੀ, ਲੈਟਸ ਸੇ ਉਹ ਹੌਲੀ ਹੌਲੀ ਜਿੱਦਾਂ ਬਿਜ਼ਨਸ ਦੀ ਆਪਾਂ ਗੱਲ ਕੀਤੀ ਆ, ਬਿਜ਼ਨਸ ਦੇ ਵਿੱਚ ਗਵਰਨਮੈਂਟ ਕਰ ਰਹੀ ਹੈ ਕਿ ਬਿਜ਼ਨਸ ਨੂੰ ਇੰਨੀ ਫੰਡਿੰਗ ਦੇਣੀ ਆ, ਰਿਕਵਰੀ ਦੇ ਵਿੱਚ ਇੰਨੀ ਫੰਡਿੰਗ ਰੱਖਣੀ। ਜੋ ਰਿਕਵਰੀ ਦਾ ਮਤਲਬ ਹੈ ਕਿ ਕੱਲ੍ਹ ਨੂੰ ਜਦੋਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਅਨਾਊਂਸ ਕਰੂਗੀ, ਉਹਦੇ ਵਿੱਚ ਜਿਹੜੀਆਂ ਡੀਟੇਲਸ ਹੋਣਗੀਆਂ ਕਿ ਇੰਨੇ ਰਿਕਵਰੀ ਲਈ ਅਸੀਂ ਆਹ ਚੀਜ਼ ਇੱਥੇ ਦੇ ਰਹੇ ਹਾਂ, ਇੰਨੇ ਪੈਸੇ ਇੱਥੇ ਖਰਚ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਕਿ ਜਸਟ ਮੈਟਰ ਆਫ ਟਾਈਮ, ਜਦੋਂ ਪ੍ਰੀਮੀਅਰ ਇੱਥੇ ਆਉਣਗੇ ਉਹਦੇ ਵਿੱਚ ਡੀਟੇਲਸ ਸਾਰੀਆਂ ਹੋਣਗੀਆਂ, ਫਿਰ ਸਾਰਾ ਮੈਨੂੰ ਲੱਗਦਾ ਕਿ ਜਿਹੜਾ ਸ਼ੱਕ ਆ ਕਲੀਅਰ ਹੋ ਜਾਊਗਾ। ਬਟ ਇਟ ਹਸਪੀਟਲ ਇਜ਼ ਹੈਪਨਿੰਗ। ਸਾਡੇ ਉਹ ਕੰਮ ਨਹੀਂ ਹੈਗਾ ਜੀ ਪੁਰਾਣਾ ਜਿੱਦਾਂ ਲਿਬਰਲ ਗਵਰਨਮੈਂਟ ਵਾਂਗੂਗੀ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਤੁਸੀਂ ਪ੍ਰੋਮਿਸ ਕਰੋ ਤੇ ਬਾਅਦ 'ਚ ਕੁਛ ਨਹੀਂ ਆ। ਜਿੱਦਾਂ ਖਹਿਰਾ ਸਾਹਿਬ ਕਹਿ ਰਹੇ ਸੀ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਦੇ ਪ੍ਰੋਮਿਸ ਸੀ ਜੀ, ਉਹਦੇ ਵਿੱਚ ਕੋਈ ਫੰਡਿੰਗ ਦਾ ਤੁਸੀਂ ਨਾਮ ਨਿਸ਼ਾਨ ਨਹੀਂ ਹੈ। ਤੇ ਆਪਾਂ ਅੱਜ ਗੱਲ ਕਰ ਰਹੇ ਹਾਂ, ਕੱਲ੍ਹ ਨੂੰ ਅਸੀਂ ਜਵਾਬ ਦੇ ਮਹੀਨੇ ਤੱਕ ਹੋਣਾ ਤੁਹਾਡੇ ਕੋਲ, 2 ਮਹੀਨੇ ਤੱਕ ਹੋਣਾ। ਜੇ ਤੁਸੀਂ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਪ੍ਰੋਮਿਸ ਕਰ ਗਏ, ਫਿਰ ਤੁਹਾਡੀ ਗਵਰਨਮੈਂਟ ਨਹੀਂ ਹੈਗੀ, ਸੋ ਦੈਨ ਤੁਹਾਨੂੰ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਹੈ ਬਾਅਦ 'ਚੋਂ ਕਿ ਤੁਸੀਂ ਫੰਡਿੰਗ ਐਲੋਕੇਟ ਕੀਤੀ ਕਿ ਨਹੀਂ ਕੀਤੀ। ਸੋ ਆਈ ਥਿੰਕ ਜਸਟ ਮੈਟਰ ਆਫ ਟਾਈਮ, ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਪ੍ਰੀਮੀਅਰ ਸਾਹਿਬ ਆਉਣਗੇ ਤੇ ਆਪੇ ਜੀ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਜਵਾਬ ਦੇਣਗੇ। ਹਾਂਜੀ ਗੁਰਰਤਨ, ਤੁਹਾਡੇ ਤੋਂ ਕਲੋਜ਼ਿੰਗ ਰਿਮਾਰਕਸ ਲੈਣੇ ਆ ਤੇ ਫਿਰ ਆਪਾਂ ਹੁਣ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਵਾਈਂਡ ਅਪ ਕਰਾਂਗੇ। ਤੁਹਾਡੇ ਕਲੋਜ਼ਿੰਗ ਰਿਮਾਰਕਸ, ਫਿਰ ਉਸ ਤੋਂ ਬਾਅਦ ਮੰਨਨ ਜੀ ਦੇ ਕੋਲੋਂ ਕੁਝ ਪੁਆਇੰਟ ਲੈ ਕੇ ਤੇ ਆਪਣੇ ਅਮਰਜੋਤ ਹੋਰਾਂ ਦੇ ਕੋਲ ਫਿਰ ਚੱਲਾਂਗੇ ਇੱਕ ਵਾਰੀ ਫਿਰ। ਹਾਂਜੀ, ਤੁਸੀਂ ਲਾਸਟ ਆਪਣੇ ਕਲੋਜ਼ਿੰਗ ਰਿਮਾਰਕਸ ਦੇ ਦਿਓ ਤੇ ਆਪਾਂ ਨੈਕਸਟ ਆਉਣ ਵਾਲੇ ਸ਼ੋਜ਼ ਦੇ ਵਿੱਚ ਜਦੋਂ ਹੀ ਕਿਤੇ ਅਨਾਊਂਸਮੈਂਟ ਹੋ ਜਾਂਦੀ ਹੈ, ਡਗਫੋਰਡ ਹੋਰੀ ਇੱਥੇ ਆ ਜਾਂਦੇ ਆ, ਤੇ ਫਿਰ ਦੁਬਾਰਾ ਇਹੀ ਡਿਸਕਸ਼ਨ ਦੁਬਾਰਾ ਰੱਖਾਂਗੇ। ਜੀ ਗੁਰਰਤਨ, ਐਂਡ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਬਰੈਂਪਟਨ ਦੇ ਵਿੱਚ ਇੱਕ ਹੈਲਥ ਕੇਅਰ ਕ੍ਰਾਈਸਿਸ ਹੈ। ਸਾਨੂੰ ਪਤਾ ਕਿ COVID-19 ਬਰੈਂਪਟਨ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਪਿਆ ਤੇ COVID-19 ਤੋਂ ਪਹਿਲਾਂ ਸਾਡਾ ਹੈਲਥ ਕੇਅਰ ਕ੍ਰਾਈਸਿਸ ਡਿਕਲੇਅਰ ਹੋ ਗਿਆ ਸੀ। ਵੀ ਨੀਡ ਇਮੀਡੀਏਟ ਐਕਸ਼ਨ। ਤੇ ਅਮਰਜੋਤ ਸਾਹਿਬ, ਬਾਬੀ ਜੀ, ਉਹ ਸਾਰੇ ਕਹਿ ਰਹੇ ਨੇ, ਦੋਨੇ ਕਹਿ ਰਹੇ ਨੇ ਕਿ ਪ੍ਰੀਮੀਅਰ ਸਾਹਿਬ ਦੇ ਵਿੱਚ ਵਿਸ਼ਵਾਸ ਰੱਖੋ, ਬਲੀਵ ਇਨ ਦ ਪ੍ਰੀਮੀਅਰ। ਆਈ ਡੋਂਟ ਬਲੀਵ ਇਨ ਦ ਪ੍ਰੀਮੀਅਰ। ਮੈਂ ਪ੍ਰੀਮੀਅਰ ਸਾਹਿਬ ਦੇ ਵਿੱਚ ਮੈਂ ਦੇਖਿਆ ਹੋਇਆ ਉਹਦਾ ਟਰੈਕ ਰਿਕਾਰਡ ਇਹੀ ਹੈ, ਯੂਨੀਵਰਸਿਟੀ ਕੈਂਸਲ ਕਰਨਾ, ਉਹ ਆਟੋ ਇੰਸ਼ੋਰੈਂਸ ਵਾਸਤੇ ਕੁਛ ਕੀਤਾ ਨਹੀਂ, ਉਹ ਹਸਪਤਾਲ ਵਾਸਤੇ ਹਸਪਤਾਲ ਫੰਡਿੰਗ ਤੇ ਕੁਛ ਕੀਤਾ ਨਹੀਂ। ਹੁਣ ਸਾਲ ਦੇ ਵਿੱਚ ਇਲੈਕਸ਼ਨ ਹੋਣਾ ਤੇ ਸਾਲ ਦੇ ਵਿੱਚ ਉਹ ਹੁਣ ਬਹੁਤ ਜ਼ਿਆਦਾ ਕਨਫਿਊਜ਼ਿੰਗ ਪ੍ਰਪੋਜ਼ਲ ਲਿਖਿਆ ਹੋਇਆ ਉਹਦਾ ਬਜਟ ਦੇ ਵਿੱਚ। ਤੇ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਜਟ ਦੇ ਵਿੱਚ ਕੁਛ ਨਹੀਂ ਲਿਖਿਆ ਹੋਇਆ ਐਮਰਜੈਂਸੀ ਰੂਮ ਦੇ ਬਾਰੇ, ਕਿ ਮੈਮੋਰੀਅਲ ਵਾਸਤੇ ਕੋਈ ਫੰਡਿੰਗ ਦੇ ਬਾਰੇ ਕੁਛ ਨਹੀਂ ਲਿਖਿਆ। ਤੇ ਇੱਕ ਨਵਾਂ ਹਸਪਤਾਲ ਸਾਨੂੰ ਚਾਹੀਦਾ, ਵੀ ਡੋਨਟ ਨੀਡ ਜਸਟ ਐਨ ਅਪਗ੍ਰੇਡ ਟੂ ਪਿਲ ਮੈਮੋਰੀਅਲ, ਸਾਨੂੰ ਇੱਕ ਨਵਾਂ ਹਸਪਤਾਲ ਦੀ ਲੋੜ ਹੈ, ਉਹਦੇ ਬਾਰੇ ਕੁਛ ਨਹੀਂ ਲਿਖਿਆ। ਵੀ ਹੈਵ ਵਨ ਲਾਈਨ, inpatient wing at Peel Memorial. ਮੇਰੇ ਹਿਸਾਬ ਨਾਲ this is not enough for Brampton. We deserve better. We deserve a commitment for funding. ਸਾਨੂੰ Brampton ਦੇ ਵਿੱਚ 3 ਹਸਪਤਾਲ ਹੋਣਾ ਚਾਹੀਦਾ, 3 emergency ਰੂਮਾਂ ਦੇ ਨਾਲ। Until we get that, NDP ਵੱਲੋਂ ਮੇਰਾ ਕਮਿਟਮੈਂਟ ਇਹੀ ਹੈ ਕਿ ਅਸੀਂ ਹਮੇਸ਼ਾ Bramptonians ਦੀ ਆਵਾਜ਼ ਅਸੀਂ we're going to advocate for the voices of Bramptonians. We're going to fight for Bramptonians until we get the justice that we deserve in Brampton. ਰਾਈਟ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਆਪਣੇ ਅਮਰਜੋਤ ਜੀ, ਤੁਹਾਡੇ ਕਲੋਜ਼ਿੰਗ ਰਿਮਾਰਕਸ। ਥੈਂਕ ਯੂ ਆਪਣੇ ਹਰਜਿੰਦਰ ਭਾਜੀ, ਇੱਕ ਵਾਰ ਫੇਰ ਤੁਹਾਡਾ ਮੈਂ ਥੈਂਕ ਯੂ ਕਰਦਾ ਕਿ ਤੁਸੀਂ ਹਮੇਸ਼ਾ ਜਿਹੜੇ ਇਸ਼ੂਜ਼ ਹੁੰਦੇ ਇੱਦਾਂ ਦੇ ਉਠਾਉਂਦੇ ਰਹਿੰਦੇ ਆ। ਬੌਬੀ ਭਾਈ ਦਾ ਵੀ ਥੈਂਕ ਯੂ ਕਰਦਾ, ਹਮੇਸ਼ਾ ਜਿਹੜੀ ਇਹਨਾਂ ਦੀ ਜਿਹੜੀ ਸੋਚ ਆ ਜਾਂ ਇਹਨਾਂ ਦੇ ਵਿਚਾਰ ਜਿਹੜੇ ਹੁੰਦੇ ਪੋਲੀਟੀਕਲੀ ਬਹੁਤ ਇਫੈਕਟਿਵ ਵਿਚਾਰ ਹੁੰਦੇ ਆ, ਹਮੇਸ਼ਾ ਹੀ ਵਧੀਆ ਇਸ਼ੂਜ਼ ਜਿਹੜੇ ਲੈ ਕੇ ਆਉਂਦੇ ਆ। ਗੁਰਰਤਨ ਭਾਈ ਦਾ ਵੀ ਥੈਂਕ ਯੂ ਕਰਦਾ ਕਿ ਜਿਹੜੇ ਨੋ ਡਾਊਟ ਇਹਨਾਂ ਦਾ ਆਪੋਜੀਸ਼ਨ ਜਿਹੜਾ ਹੈਗਾ ਵਾ ਜੀ ਫਰਜ਼ ਕੀ ਕ੍ਰਿਟੀਸਾਈਜ਼ ਕਰਨਾ, ਨਾਲ ਦੀ ਨਾਲ ਇਸ਼ੂਜ਼ ਵੀ ਰੇਜ਼ ਕਰਦੇ ਆ, ਵਧੀਆ, ਥੈਂਕ ਯੂ ਇਹਨਾਂ ਦਾ। ਖਹਿਰਾ ਭਾਈ ਦਾ ਵੀ ਥੈਂਕ ਯੂ ਕਰਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਜੀ ਜਦੋਂ ਪ੍ਰੀਮੀਅਰ ਸਾਹਿਬ ਇੱਥੇ ਆਉਣਗੇ,
ਜਿਹੜੀਆਂ ਅਨਾਉਂਸਮੈਂਟਸ ਹੋਣਗੀਆਂ। ਬਜਟ ਦੇ ਵਿੱਚ ਹੋਰ ਵੀ ਬਹੁਤ ਅਨਾਉਂਸਮੈਂਟਸ ਹੈਗੀਆਂ ਜੀ, ਇਟਸ ਨਾਟ ਓਨਲੀ ਹਸਪੀਟਲ, ਕਈ ਅਨਾਉਂਸਮੈਂਟਸ ਹੈਗੀਆਂ, ਬਿਜ਼ਨਸਿਸ ਨੂੰ ਕਿੱਦਾਂ ਸਪੋਰਟ ਕਰਨੀ ਆ, ਬੱਚਿਆਂ ਨੂੰ ਆਪਣੇ ਨੂੰ ਕਿੱਦਾਂ ਸਪੋਰਟ ਕਰਨੀ ਹੈ, ਇਕੋਨਮੀ ਨੂੰ ਆਪਾਂ ਕਿੱਦਾਂ ਰਿਕਵਰ ਕਰਨਾ ਵਾ, ਹੈਲਥ ਨੂੰ ਆਪਣਾ ਸੇਫਟੀ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਲੋਕਾਂ ਦੀ ਨੂੰ। ਸੋ ਉਹ ਜਿੱਦਾਂ ਦੱਸਿਆ ਕਿ ਇੱਕ ਮੇਨ ਹੈਗਾ ਕਿ $51 ਬਿਲੀਅਨ ਗਵਰਨਮੈਂਟ ਸਪੈਂਡ ਕਰ ਰਹੀ ਹੈ, ਬਟ ਡਿਟੇਲਸ ਜਿਹੜੀਆਂ ਹੌਲੀ ਹੌਲੀ ਰੋਲ ਆਊਟ ਹੋਣਗੀਆਂ। ਸੋ ਆਈ ਥਿੰਕ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਰ ਜਦੋਂ ਡਿਟੇਲਸ ਰੋਲ ਆਊਟ ਹੋਣਗੀਆਂ, ਨਵੀਆਂ ਅਨਾਉਂਸਮੈਂਟਸ ਆਉਣਗੀਆਂ, ਫਿਰ ਉਹਦੇ ਵਿੱਚ ਕਲੀਅਰ ਹੋਊਗਾ ਕਿ ਜਿਹੜੀ ਫੰਡਿੰਗ ਹੈ ਕਿੰਨੀ ਐਲੋਕੇਟ ਹੋ ਰਹੀ ਹੈ ਜੀ। ਠੀਕ ਹੈ ਜੀ। ਮਨਨ ਜੀ, ਤੁਹਾਡੇ ਕਲੋਜ਼ਿੰਗ ਰਿਮਾਰਕਸ। ਬਿਲਕੁਲ ਡੈਫੀਨੇਟਲੀ ਸਾਡੇ ਆਨਰੇਬਲ ਐਮਪੀਪੀ ਸਾਹਿਬਾਨ ਨੇ ਆਪਣਾ ਵਿਊ ਪੁਆਇੰਟ ਦੇ ਦਿੱਤਾ। ਸੋ ਜਿਸ ਤਰ੍ਹਾਂ ਅਮਰਜੋਤ ਜੀ ਨੇ ਕਿਹਾ ਕਿ ਸ਼ਾਵਲ ਰੈਡੀ ਪ੍ਰੋਜੈਕਟ ਹੋਏਗਾ, ਜਿਹੜਾ ਨਵਾਂ ਪੇਸ਼ੈਂਟ ਇਨ ਵਿੰਗ ਜਿਹੜਾ ਬਣਨਾ ਹੈਗਾ ਵਾ ਪੀਰ ਮੈਮੋਰੀਅਲ ਨੂੰ ਰੀਫਰਬਿਸ਼ ਕੀਤਾ ਜਾਏਗਾ। ਸੋ ਦੇਖਦੇ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਅਨਾਉਂਸਮੈਂਟ ਪ੍ਰੀਮੀਅਰ ਡਗ ਫੋਰਡ ਹੋਣੀ ਆ ਕੇ ਕਰਦੇ ਨੇ। ਸੋ ਸਾਡੇ ਸਾਰਿਆਂ ਦਾ ਕਾਮਨ ਕੰਸਰਨ ਇੱਕ ਹੀ ਹੈ ਕਿ ਬਰੈਂਪਟਨ ਦੇ ਜਿਹੜੇ ਵੀ ਪੈਂਡਿੰਗ ਆਊਟਸਟੈਂਡਿੰਗ ਇਸ਼ੂਜ਼ ਨੇ ਉਹਨਾਂ ਨੂੰ ਮੌਜੂਦਾ ਸਰਕਾਰ ਚਾਹੇ ਆਪੋਜੀਸ਼ਨ ਦੇ ਸਹਿਯੋਗ ਦੇ ਨਾਲ ਜਾਂ ਬਾਕੀ ਪਾਰਟੀਜ਼ ਨੂੰ ਸਭ ਨੂੰ ਨਾਲ ਰਲਾ ਕੇ ਅੱਗੇ ਤੋਰੇ। ਚਾਹੇ ਇੰਸ਼ੋਰੈਂਸ ਦਾ ਮੁੱਦਾ ਹੈ, ਵਧੀਆ ਟ੍ਰਾਂਜ਼ਿਟ ਦਾ ਗੱਲ ਕਰ ਲਓ, ਅਫੋਰਡੇਬਲ ਹਾਊਸਿੰਗ ਦੀ ਗੱਲ ਕਰ ਲਓ, ਹੈਲਥ ਸੈਕਟਰ ਤਾਂ ਡੈਫੀਨੇਟਲੀ ਇਨ ਕ੍ਰਾਈਸਿਸ ਮੋਡ ਹੈਗਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਪੈਂਡੈਮਿਕ ਤੋਂ ਪਹਿਲਾਂ ਹੀ ਬਰੈਂਪਟਨ ਦੇ ਵਿੱਚ ਜਿਹੜਾ ਹਾਲਵੇ ਮੈਡੀਕਲ ਜਿਹੜਾ ਸੀਗਾ ਉਹ ਸਭ ਜਗ੍ਹਾ ਪੋਪੂਲਰ ਹੋ ਰਿਹਾ ਸੀ। ਸੋ ਇੱਕ ਵਾਰ ਫਿਰ ਅਸੀਂ ਆਪਣੇ ਸਾਰੇ ਹੀ ਜਿਹੜੇ ਪਾਲਿਸੀ ਮੇਕਰਸ ਨੇ, ਜਿਹੜੇ ਲਾਅ ਮੇਕਰਸ ਨੇ, ਉਹਨਾਂ ਦਾ ਧੰਨਵਾਦ ਕਰਦੇ, ਕਿਉਂਕਿ ਉਹ ਜੇ ਉੱਥੇ ਆਵਾਜ਼ ਉਠਾਉਣਗੇ ਕਿਸੇ ਵੀ ਪਾਰਟੀ ਐਫੀਲੀਏਸ਼ਨ ਨੂੰ ਉਹ ਡਿਫਰੈਂਸਿਸ ਛੱਡ ਕੇ, ਤੇ ਬਰੈਂਪਟਨ ਦੇ ਜਿਹੜੇ ਇਸ਼ੂਜ਼ ਨੇ ਉਹ ਰਿਜ਼ੋਲਵ ਹੋ ਸਕਦੇ ਨੇ। ਸੋ ਇੱਕ ਵਾਰ ਫਿਰ ਤੁਹਾਡਾ ਹਰਜਿੰਦਰ ਜੀ ਔਰ ਬਾਕੀ ਸਾਰੇ ਪੈਨਲਿਸਟ, ਖਹਿੜਾ ਸਾਹਿਬ ਔਰ ਬੌਬੀ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਬਾਬੂ ਜੀ, ਤੁਹਾਡੇ ਵੀ ਕਲੋਜ਼ਿੰਗ ਰਿਮਾਰਕਸ। ਅੱਛਾ, ਉਸ ਤੋਂ ਪਹਿਲਾਂ ਮੈਨੂੰ ਇੱਕ ਮੈਸੇਜ ਵੀ ਆਇਆ ਜੀ ਸਾਡੇ, ਉਹ ਕਹਿੰਦੇ ਨੇ ਜੀ ਕਿ ਅਸੀਂ ਸਿਰਫ, ਚਲੋ ਅੱਜ ਦੀ ਗੱਲ ਮੈਂ ਦੁਬਾਰਾ ਬੇਨਤੀ ਕਰ ਦਿੰਦਾ ਕਿ ਅਸੀਂ ਸਿਰਫ ਹਸਪੀਟਲਸ ਨਾਲ ਰਿਲੇਟਡ ਅਨਾਉਂਸਮੈਂਟ ਦੇ ਉੱਪਰ ਜ਼ਿਆਦਾ ਫੋਕਸ ਕੀਤੀ ਸੀ, ਪਰਪਸਲੀ ਸਾਨੂੰ ਕਰਨੀ ਪਈ ਸੀ ਕਿਉਂਕਿ ਇਹ ਬਹੁਤ ਵੱਡੀ ਇੱਕ ਡਿਸਕਸ਼ਨ ਦਾ ਮੁੱਦਾ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਅਜੇ ਜਿਹੜੇ ਬਾਕੀ ਦੇ ਮੁੱਦੇ ਨੇ, ਜਿਹਦੇ ਵਿੱਚ ਆਟੋ ਇੰਸ਼ੋਰੈਂਸ ਦੀ ਗੱਲ ਕਰ ਲਈਏ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਦੇ ਉੱਪਰ, ਉਹ ਚਲੋ ਬੇਸ਼ੱਕ ਉਹਦਾ ਡਾਇਰੈਕਟਲੀ ਇਨਡਾਇਰੈਕਟਲੀ ਅੱਜ ਦੀ ਡਿਸਕਸ਼ਨ ਦੇ ਵਿੱਚ ਅਸੀਂ ਜ਼ਿਕਰ ਨਹੀਂ ਕਰ ਸਕੇ, ਪਰ ਆਉਣ ਵਾਲੇ ਟਾਈਮ 'ਚ ਜ਼ਰੂਰ ਗੱਲ ਕਰਾਂਗੇ। ਪਰ ਬਾਬੂ ਜੀ, ਤੁਸੀਂ ਜੇ ਆਪਣੇ ਕਲੋਜ਼ਿੰਗ ਰਿਮਾਰਕਸ ਦੇਣੇ ਹੋਣ ਤਾਂ ਕੀ ਕਹੋਗੇ? ਦੇਖੋ ਹਰਜਿੰਦਰ ਜੀ, ਜਿਹੜੀ ਅੱਜ ਦੀ ਡਿਸਕਸ਼ਨ ਨੇ ਅਸੀਂ ਖਾਸ ਤੌਰ ਤੇ ਸਿਰਫ ਬਜਟ ਤੇ ਆਧਾਰਿਤ ਕਰ ਰਹੇ ਹਾਂ। ਬਜਟ ਪੇਸ਼ ਹੋਇਆ ਤੇ ਉਹਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ। ਜੀ ਜੀ, ਦੇਖੋ ਜਿਹੜੀ ਹਸਪੀਟਲ ਫੰਡਿੰਗ ਦੀ ਗੱਲ ਆ, ਇਹ ਬਹੁਤ ਹੋਰ ਸ਼ਹਿਰਾਂ ਦੇ ਲਈ ਵੀ ਪ੍ਰੋਵਾਈਡਡ ਆ। 30 ਬਿਲੀਅਨ ਦੀ ਗੱਲ ਹੈ ਓਵਰਆਲ 10 ਸਾਲਾਂ 'ਚ। ਪਹਿਲੇ ਸਾਲ ਹੀ 1.2 ਬਿਲੀਅਨ ਦੀ ਗੱਲ ਹੋਈ ਆ, ਤੇ ਉਹਦੇ ਵਿੱਚ ਮਿਸੀਸਾਗਾ ਹਸਪਤਾਲ ਦੀ ਵੀ ਗੱਲ ਆ, ਬਰੈਂਪਟਨ ਵੀ ਆ, ਤੇ ਅੱਜ ਮਿਸੀਸਾਗਾ ਦੇ ਮੇਅਰ ਜਿਹੜੇ ਬੌਨੀ ਕਰੋਂਬੀ ਆ, ਜਿਨ੍ਹਾਂ ਦਾ ਪਿਛੋਕੜ ਲਿਬਰਲ ਪਾਰਟੀ ਦੇ ਨਾਲ ਆ, ਉਹਨਾਂ ਨੇ ਵੀ ਬਹੁਤ ਜ਼ੋਰਦਾਰ ਸ਼ਬਦਾਂ 'ਚ ਡਗ ਫੋਰਡ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਤੇ ਉਹਦੇ ਵਿੱਚ ਉਹਨਾਂ ਨੇ ਜੋ ਟ੍ਰਿਲੀਅਮ ਹੈਲਥ ਕੇਅਰ ਵਿੱਚ ਉਹਨਾਂ ਨੇ ਵਾਧਾ ਕਰਨਾ, ਐਕਸਪੈਂਸ਼ਨ ਕਰਨੀ ਆ, ਉਹਦੇ ਲਈ ਧੰਨਵਾਦ ਕੀਤਾ। ਨਾਲ ਇਹ ਵੀ ਗੱਲ ਕਹੀ ਆ ਕਿ 1.7 ਮਿਲੀਅਨ ਪੇਸ਼ੈਂਟ ਮਤਲਬ ਕਿ ਹਸਪਤਾਲ ਨੇ ਸਾਲ 'ਚ ਦੇਖਣਾ, ਸਭ ਤੋਂ ਬਿਜ਼ੀ ਹਸਪੀਟਲ ਹੋਏਗਾ ਅੰਟੇਰੀਓ ਦਾ, ਜਿਸ ਤਰ੍ਹਾਂ ਉਹ ਹੋ ਰਿਹਾ, ਉੱਥੇ ਪੋਪੂਲੇਸ਼ਨ ਵੱਧ ਰਹੀ ਆ। ਉਸੇ ਤਰ੍ਹਾਂ ਬਰੈਂਪਟਨ ਦੇ ਵਿੱਚ ਵੀ ਇਹ ਗੱਲ ਮੈਂ ਮੰਨਾਂਗਾ, ਇਹ ਗੱਲ ਸਾਰੇ ਮੰਨਣਗੇ, ਡੈਫੀਨੇਟਲੀ ਬਰੈਂਪਟਨ ਨੂੰ 3 ਹਸਪੀਟਲ ਦੀ ਲੋੜ ਹੈਗੀ ਆ। ਪਰ ਅਗਰ ਹੁਣ ਕੋਈ ਦੂਜਾ ਹਸਪੀਟਲ ਬਣ ਰਿਹਾ ਆ, ਇਹਦਾ ਸਵਾਗਤ ਕਰਨਾ ਚਾਹੀਦਾ ਆ, ਕਿਉਂਕਿ ਲੋੜ ਹੈਗੀ ਆ। ਪੂਰੀ ਲੋੜ ਹੁੰਦੀ ਨੂੰ ਟਾਈਮ ਲੱਗ ਜਾਏਗਾ ਪੂਰੀ ਹੁੰਦੀ ਨੂੰ, ਪਰ ਐਟਲੀਸਟ ਇਟਸ ਅ ਰਾਈਟ ਸਟੈਪ ਟੂਵਰਡਸ ਦ ਰਾਈਟ ਡਾਇਰੈਕਸ਼ਨ। ਸੋ ਇੱਕ ਸਹੀ ਕਦਮ ਆ, ਇੱਕ ਸਹੀ ਰਸਤੇ ਵੱਲ, ਉਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਤੇ ਪ੍ਰੀਮੀਅਰ ਹੁਣਾਂ ਨੇ ਇਹ ਗੱਲ ਜਿਵੇਂ ਕਹੀ ਆ ਕਿ ਫੰਡ ਐਲੋਕੇਸ਼ਨ ਕੀਤੀ ਆ, ਪਰ ਹਲੇ ਕਿੱਥੇ ਕਿਵੇਂ ਹੋਣਾ ਆ, ਕਿਹੜੇ ਹਸਪੀਟਲ ਨੂੰ, ਉਹ ਬਾਰੇ ਮੈਨੂੰ ਲੱਗਦਾ ਵੇਰਵੇ ਦਿੱਤੇ ਜਾਣਗੇ। ਪਰ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੇ ਇਹ ਵਾਅਦਾ ਆ, ਇਹ ਵਾਅਦਾ ਨਹੀਂ, ਇਹ ਬਜਟ ਪੇਸ਼ ਹੋਇਆ ਆ। ਇੱਕ ਹੁੰਦਾ ਕਿ ਪੋਲੀਟੀਸ਼ੀਅਨ ਕਿਤੇ ਜਾ ਕੇ ਅਨਾਊਂਸਮੈਂਟ ਕਰਿਆ ਹੋਵੇ ਕਿ ਅਸੀਂ ਆਹ ਕਰਾਂਗੇ, ਉਹਦੇ ਵਿੱਚ ਤੇ ਬਜਟ ਦੇ ਵਿੱਚ ਕੋਈ ਚੀਜ਼ ਨੂੰ ਲਿਆਉਣਾ ਬਹੁਤ ਫਰਕ ਆ। ਹੁਣ ਡਿਸਕਸ਼ਨ ਹੋ ਰਹੀ ਆ ਕਿ ਬਜਟ ਦੇ ਵਿੱਚ ਵਰਡਿੰਗ ਕੀ ਆ, ਕਿ ਉਹ ਕਿੰਨੇ ਪੈਸੇ ਦਿੱਤੇ ਜਾਣਗੇ। ਇਹ ਤਾਂ ਹੁਣ ਸਾਰੇ ਹੀ ਮੰਨਦੇ ਕਿ ਜਿਹੜਾ ਇਨ ਵਿੰਗ ਤਾਂ ਬਣਨਾ ਹੀ ਬਣਨਾ, ਇਹ ਤਾਂ ਗੁਰਰਤਨ ਵੀ ਮੰਨਦੇ ਕਿ ਉਹ ਪੈਨਸ਼ਨ ਹੈਗਾ ਆ। ਗੱਲ ਉੱਥੇ ਆ ਰਹੀ ਆ ਕਿ ਇੱਥੇ ਦੀ ਐਮਰਜੈਂਸੀ ਨਹੀਂ ਹੋਣੀ, ਪਰ ਉਹ ਪ੍ਰੀਮੀਅਰ ਕਹਿ ਰਹੇ ਹੋਣੀ ਆ। ਸੋ ਹੁਣ ਆਪਾਂ ਨੂੰ ਲੱਗਦਾ ਉਹਨਾਂ ਦੀ ਵੀ ਗੱਲ ਤੇ ਥੋੜਾ ਗੌਰ ਫਰਮਾਉਣਾ ਚਾਹੀਦਾ ਆ। ਤੇ ਨਾਲ ਦੇ ਨਾਲ ਜਿਹੜਾ ਕਿ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਆ, ਪੈਟਰਿਕ ਬਰਾਊਨ ਨੇ ਇਸ ਬਜਟ ਦਾ, ਇਸ ਅਨਾਊਂਸਮੈਂਟ ਦਾ ਬਹੁਤ ਜ਼ੋਰਦਾਰ ਸ਼ਬਦਾਂ 'ਚ ਵੈਲਕਮ ਕੀਤਾ ਹੈ ਤੇ ਪ੍ਰਸ਼ੰਸਾ ਕੀਤੀ ਆ। ਤੇ ਮੇਅਰ ਜਿਹੜੇ ਹੁੰਦੇ ਆ ਉਹ ਨਾਨ ਪਾਰਟੀਸਨ ਹੁੰਦੇ, ਉਹਨਾਂ ਨੇ ਜੋ ਸ਼ਹਿਰ ਦੀ ਹੁੰਦੀ ਉਹ ਗੱਲ ਕਰਨੀ ਹੁੰਦੀ ਆ। ਸੋ ਉਹਨਾਂ ਨੇ ਕ੍ਰੈਡਿਟ ਵੀ ਲਿਆ ਆ। ਅਗਰ ਅੱਜ ਇਹ ਬਜਟ ਵਿੱਚ ਜੋ ਪੇਸ਼ਕਸ਼ ਹੋਈ ਆ ਉਹ ਪੂਰੀ ਨਹੀਂ ਹੁੰਦੀ, ਜਦੋਂ ਪੈਟਰਿਕ ਬਰਾਊਨ ਤੇ ਬੌਨੀ ਕਰੋਂਬੀ ਵਰਗੇ ਮੇਅਰ ਵੀ ਉਹਦੀ ਵਾਹਵਾ ਕਰ ਚੁੱਕੇ ਆ, ਪ੍ਰਸ਼ੰਸਾ ਕਰ ਚੁੱਕੇ, ਜਵਾਬ ਦੇ ਉਹਨਾਂ ਨੇ ਵੀ ਲੋਕਾਂ ਨੂੰ ਬਣਾਇਆ। ਸੋ ਇੱਥੇ ਇਸ ਵੇਲੇ ਬਹੁਤ ਹੋਰ ਲੋਕ ਵੀ ਜਵਾਬ ਦੇ ਹੋ ਚੁੱਕੇ ਆ, ਇਹ ਵੱਖਰੀ ਲੈਵਲ ਗਵਰਨਮੈਂਟ ਦੇ ਹੋ ਚੁੱਕੇ ਆ। ਸੋ ਮੈਂ ਇਹ ਮੰਨਦਾ ਆ ਕਿ ਆਪਾਂ ਨੂੰ ਸਰਕਾਰ ਦੀ ਗੱਲ ਸੁਣਨੀ ਚਾਹੀਦੀ ਇਸ ਵੇਲੇ। ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦਿੰਦਾ, ਜਦੋਂ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੇ ਵਿੱਚ ਬਹੁਤ
ਯੋਜਨਾਵਾਂ ਰੋਲ ਆਊਟ ਕੀਤੀਆਂ, ਜੀ ਜੀ, ਉਹ ਪੈਸਾ ਫਿਗਰ ਇੱਕ ਨੰਬਰ ਦਿੰਦੇ ਸੀ ਜੀ ਅਸੀਂ ਉਹਦੇ ਉੱਪਰ ਕਿੱਥੇ ਕਿਵੇਂ ਲੱਗਣਾ ਹੈ ਕੀ ਕਰਨਾ, ਉਹ ਬਾਅਦ ਵਿੱਚ ਹੀ ਪਤਾ ਲੱਗਦਾ ਸੀਗਾ। ਬਿਲਕੁਲ ਠੀਕ ਹੈ ਸੋ ਕਈ ਵਾਰ ਬਾਬੂ ਜੀ, ਅੱਜ ਜੀ ਹਾਂਜੀ। ਅੱਜ ਦੀ ਹੁਣ ਆਪਾਂ ਡਿਸਕਸ਼ਨ ਨੂੰ ਵਾਈਂਡ ਅਪ ਕਰ ਦਿੰਦੇ ਜੀ ਇੱਥੇ, ਕਿਉਂਕਿ ਗੁਰਰਤਨ ਹੋਰੀ ਵੀ ਔਰ ਨਾਲ ਦੀ ਨਾਲ ਅਮਰਜੋਤ ਸੰਧੂ ਹੋਰੀ, ਮਨਨ ਜੀ ਤੇ ਨਾਲ ਤੁਹਾਡਾ ਵੀ ਇੱਕ ਵਾਰ ਫਿਰ ਧੰਨਵਾਦ। ਤੇ ਮੈਂ ਜਸਟ 30 ਸੈਕਿੰਡ 'ਚ ਗੁਰਪ੍ਰੀਤ ਖਹਿਰਾ ਸਾਹਿਬ ਦੇ ਵੀ ਕਲੋਜ਼ਿੰਗ ਰਿਮਾਰਕਸ ਲੈ ਕੇ ਫਿਰ ਆਪਣੀ ਅੱਜ ਦੀ ਇਸ ਡਿਸਕਸ਼ਨ ਨੂੰ ਵਾਈਂਡ ਅਪ ਕਰ ਦਈਏ। ਜੀ ਖਹਿਰਾ ਸਾਹਿਬ 30 ਸੈਕਿੰਡ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਆਪਾਂ ਬਰੈਂਪਟੋਨੀਅਨ ਡਿਜ਼ਰਵ ਕਰਦੇ ਹਾਂ ਵੇ ਬੈਟਰ ਜੀ। ਹਾਂਜੀ। ਆਪਾਂ 9th ਲਾਰਜੈਸਟ ਸਿਟੀ ਹੈ ਇਸ ਵੇਲੇ ਜੀ, ਤੇ ਆਪਣੀ ਪੋਪੂਲੇਸ਼ਨ ਗਰੋਥ ਇਨੋਰਮਸ ਹੈਗੀ ਹੈ, ਤੇ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵੀ ਵੱਡੇ ਹੋਣਾ ਹੈਗਾ। ਜੀ ਜੀ, ਤੇ ਦੂਜਾ, ਜੋ ਟਰੈਕ ਰੈਕਡ ਦੀ ਆਪਾਂ ਗੱਲ ਕਰੀਏ, ਜੇ ਪਿਛਲੇ ਸਮੇਂ 'ਚ ਦੇਖੀਏ ਤਾਂ ਆਪਾਂ ਨੂੰ ਜੋ ਆਪਾਂ ਚਾਹਿਆ ਆਪਾਂ ਨੂੰ ਨਹੀਂ ਮਿਲਿਆ, ਜੋ ਆਪਣੀ ਨੀਡ ਸੀ ਉਹ ਪੂਰੀਆਂ ਨਹੀਂ ਹੋਈਆਂ। ਜੇ ਕੰਜ਼ਰਵੇਟਿਵ ਸਰਕਾਰ ਹੈ ਐਤਕੀ, ਇਹ ਨੀਡਸ ਪੂਰੀਆਂ ਕਰ ਦਿੰਦੀ ਹੈ। ਮੰਨ ਲਓ ਡਗ ਫੋਰਡ ਆ ਕੇ ਅਨਾਊਂਸਮੈਂਟ ਕਰ ਦਿੰਦੇ ਆ ਤੇ ਉਹ ਤੋਂ ਬਾਅਦ ਕੰਮ ਵੀ ਸ਼ੁਰੂ ਹੋ ਜਾਂਦਾ ਹੈ। ਹਾਂਜੀ ਹਾਂਜੀ, ਬਿਲਕੁਲ ਉਹਨਾਂ ਦਾ ਸਵਾਗਤ ਹੋਊਗਾ। ਠੀਕ ਹੈ, ਉਹ ਬਿਲਕੁਲ ਸਵਾਗਤ ਹੋਊਗਾ, ਮੈਂ ਵੀ ਸਵਾਗਤ ਕਰਨ 'ਚ ਸਭ ਤੋਂ ਅੱਗੇ ਹੋਊਗਾ। ਠੀਕ ਹੈ। ਪਰ ਜੋ ਟਰੈਕ ਰੈਕਡ ਹੈ, ਉਹ ਟਰੈਕ ਰੈਕਡ ਨਹੀਂ ਦਰਸਾਉਂਦਾ ਕਿ ਇਹ ਗੱਲਾਂ ਜਾ ਕੇ ਅੱਗੇ ਪੂਰੀਆਂ ਹੁੰਦੀਆਂ ਨੇ। ਸੋ ਇਹਦੇ ਲਈ ਆਪਾਂ ਹੁਣ ਜਿਵੇਂ ਅਮਰਜੋਤ ਹੋਰਾਂ ਨੇ ਜਾਂ ਬੌਬੀ ਜੀ ਜਾਂ ਫਿਰ ਜਿਸ ਤਰੀਕੇ ਦੇ ਨਾਲ ਪੀਸੀ ਪਾਰਟੀ ਦੇ ਬਾਕੀ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਹੁਣ ਥੋੜ੍ਹੇ ਦਿਨ ਦੇ ਦਿਓ, ਹੁਣ ਦਿਨ ਆਪਾਂ ਦੇਖ ਲੈਂਦੇ ਹਾਂ, ਆਪਾਂ ਦਿਨ ਛੱਡਦੇ 1 ਮਹੀਨੇ ਦਾ ਟਾਈਮ ਦੇ ਦਿੰਦੇ ਜੀ। ਸੋ ਆਪਾਂ ਸਾਰਿਆਂ ਨੂੰ 1 ਮਹੀਨੇ ਬਾਅਦ ਜੇਕਰ ਉਦੋਂ ਤੱਕ ਨਾ ਕੁਝ ਵੀ ਹੋਇਆ ਤਾਂ ਇਹੀ ਡਿਸਕਸ਼ਨ ਦੁਬਾਰਾ ਕੰਟੀਨਿਊ ਕਰਾਂਗੇ। ਅਮਰਜੋਤ ਜੀ ਤੁਹਾਡਾ ਵੀ, ਗੁਰਰਤਨ ਜੀ ਤੁਹਾਡਾ, ਮਨਨ ਜੀ ਔਰ ਬੌਬੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਵੀ ਇੱਥੇ ਸਟੂਡੀਓ 'ਚ ਅਸੀਂ ਗੱਲਬਾਤ ਥੋੜੀ ਅੱਗੇ ਕੰਟੀਨਿਊ ਰੱਖਾਂਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। For all our latest updates, please subscribe G Media Group YouTube channel and press the bell icon.